ਜਦੋਂ ਵੀ ਮੇਰਾ ਵਿਆਹ ਹੁੰਦਾ ਤਾਂ ਵਿਆਹ ਦੀ ਰਾਤ ਹੀ ਮੇਰੇ ਪਾਪਾ ਮੇਰੇ ਪਤੀ ਨੂੰ 30 ਲੱਖ ਰੁਪਏ ਦੇ ਕੇ ਕਹਿੰਦੇ ਕਿ ਮੇਰੀ ਬੇਟੀ ਨੂੰ ਤਲਾਕ ਦੇ ਦੇ। ਇਸ ਤਰ੍ਹਾਂ ਹੁਣ ਤੱਕ ਕਈ ਵਾਰ ਤਲਾਕ ਲੈ ਚੁੱਕੀ ਸੀ, ਪਰ ਹਮੇਸ਼ਾ ਹੀ ਪਾਪਾ ਮੇਰਾ ਜ਼ਬਰਦਸਤੀ ਵਿਆਹ ਕਰਵਾ ਕੇ ਤਲਾਕ ਕਰਵਾ ਦਿੰਦੇ ਅਤੇ ਕਾਰਨ ਕੁਝ ਵੀ ਨਾ ਦੱਸਦੇ। ਪਰ ਮੇਰੀ ਮੰਮੀ ਉਸ ਰਾਤ ਮੈਨੂੰ ਦੁੱਧ ਵਿੱਚ ਹਲਦੀ ਪਾ ਕੇ ਦਿੰਦੀ, ਜਿਸ ਨੂੰ ਪੀਂਦੇ ਹੀ ਮੈਂ ਸੌਂ ਜਾਂਦੀ ਸੀ। ਅਤੇ ਜਦੋਂ ਮੇਰੀ ਅੱਖ ਖੁੱਲ੍ਹਦੀ ਤਾਂ ਹਰ ਕੋਈ ਮੈਨੂੰ ਅਜੀਬ ਜਿਹੀਆਂ ਨਜ਼ਰਾਂ ਨਾਲ ਦੇਖਦਾ ਸੀ। ਇਸ ਵਾਰ ਮੈਂ ਸੋਚ ਲਿਆ ਸੀ ਕਿ ਮੈਂ ਦੁੱਧ ਪੀਣ ਦਾ ਨਾਟਕ ਕਰਾਂਗੀ। ਮੈਂ ਝੂਠ ਮੂਠ ਸੌਣ ਦਾ ਨਾਟਕ ਕੀਤਾ ਤਾਂ ਮੈਂ ਜੋ ਕੁਝ ਆਪਣੀਆਂ ਅੱਖਾਂ ਸਾਹਮਣੇ ਦੇਖਿਆ ਉਸ ਨੂੰ ਦੇਖ ਕੇ ਤਾਂ ਮੇਰੇ ਪੈਰਾਂ ਥੱਲੋਂ ਜ਼ਮੀਨ ਨਿਕਲ ਗਈ, ਕਿਉਂਕਿ ਮੇਰਾ ਪਤੀ ਮੇਰੇ ਕੋਲ ਬੈਠਾ ਮੈਨੂੰ ਬਹੁਤ ਹੀ ਧਿਆਨ ਨਾਲ ਦੇਖ ਰਿਹਾ ਸੀ ਅਤੇ ਮੈਂ ਵਿਆਹ ਦੀ ਸੇਜ 'ਤੇ ਦੁਲਹਨ ਬਣੀ ਬੈਠੀ ਆਪਣੇ ਆਪ ਵਿੱਚ ਸਿਮਟਦੀ ਜਾ ਰਹੀ ਸੀ। ਮੈਂ ਇੰਤਜ਼ਾਰ ਕਰ ਰਹੀ ਸੀ ਕਿ ਮੇਰਾ ਪਤੀ ਕੁਝ ਕਰੇਗਾ। ਇਸ ਤਰ੍ਹਾਂ ਹੀ ਬੈਠੇ ਬੈਠੇ ਜਦੋਂ ਬਹੁਤ ਦੇਰ ਹੋ ਗਈ ਤਾਂ ਮੈਂ ਆਪਣੀਆਂ ਪਲਕਾਂ ਚੁੱਕ ਕੇ ਦੇਖਿਆ ਅਤੇ ਆਪਣੇ ਪਤੀ ਨੂੰ ਕਿਹਾ ਕਿ ਤੁਸੀਂ ਮੈਨੂੰ ਇੰਨੀ ਗੌਰ ਨਾਲ ਕਿਉਂ ਦੇਖ ਰਹੇ ਹੋ। ਮੇਰੇ ਪਤੀ ਦੀਆਂ ਨਜ਼ਰਾਂ ਹਾਲੇ ਵੀ ਮੇਰੇ ਉੱਪਰ ਹੀ ਜੰਮੀਆਂ ਹੋਈਆਂ ਸਨ। ਫਿਰ ਉਹ ਇੱਕਦਮ ਬੋਲਿਆ ਕਿ ਰੀਤ ਤੂੰ ਬਹੁਤ ਖੂਬਸੂਰਤ ਹੈ। 2 ਮਹੀਨੇ ਪਹਿਲਾਂ ਸਾਡਾ ਮੰਗਣਾ ਹੋਇਆ ਸੀ। ਤੇਰੇ ਤੋਂ ਪਹਿਲਾਂ ਵੀ ਮੇਰੀ ਮੰਮੀ ਮੇਰੇ ਲਈ ਕਈ ਕੁੜੀਆਂ ਦੇ ਰਿਸ਼ਤੇ ਦੇਖ ਚੁੱਕੀ ਸੀ, ਪਰ ਮੈਨੂੰ ਕੋਈ ਵੀ ਕੁੜੀ ਪਸੰਦ ਨਹੀਂ ਆਉਂਦੀ ਸੀ। ਤੇਰੀ ਫੋਟੋ ਦੇਖਦੇ ਹੀ ਮੈਨੂੰ ਤੇਰੇ ਨਾਲ ਪਿਆਰ ਹੋ ਗਿਆ ਸੀ। ਮੈਂ ਸੋਚ ਰਿਹਾ ਸੀ ਕਿ ਕੋਈ ਇੰਨਾ ਸੋਹਣਾ ਕਿਵੇਂ ਹੋ ਸਕਦਾ। ਮੇਰਾ ਪਤੀ ਮੇਰੀ ਤਾਰੀਫ ਕਰਨ ਵਿੱਚ ਲੱਗਾ ਹੋਇਆ ਸੀ ਤਾਂ ਮੇਰੀ ਜਾਨ ਵਿੱਚ ਜਾਨ ਆਈ। ਮੈਂ ਮੁਸਕਰਾਉਂਦੇ ਹੋਏ ਉਸ ਦੀਆਂ ਗੱਲਾਂ ਸੁਣਨ ਲੱਗੀ। ਉਹ ਬੋਲਦਾ ਹੀ ਜਾ ਰਿਹਾ ਸੀ, ਰੀਤ ਮੈਂ ਆਪਣੇ ਮੰਮੀ ਨੂੰ ਕਿਹਾ ਕਿ ਮੈਨੂੰ ਇਹ ਕੁੜੀ ਬਹੁਤ ਪਸੰਦ ਹੈ। ਮੇਰੀ ਮੰਮੀ ਨੇ ਵੀ ਪ੍ਰਮਾਤਮਾ ਦਾ ਧੰਨਵਾਦ ਕੀਤਾ ਕਿ ਚਲੋ ਮੇਰੇ ਬੇਟੇ ਨੂੰ ਕੋਈ ਕੁੜੀ ਤਾਂ ਪਸੰਦ ਆਈ। ਮੈਂ ਆਪਣੇ ਮੰਮੀ ਨੂੰ ਕਿਹਾ ਕਿ ਝੱਟ ਮੰਗਣੀ ਪੱਟ ਵਿਆਹ ਕਰੋ, ਮੈਂ ਹੁਣ ਜ਼ਿਆਦਾ ਇੰਤਜ਼ਾਰ ਨਹੀਂ ਕਰ ਸਕਦਾ। ਮੇਰੀ ਮੰਮੀ ਨੇ ਮੇਰੀ ਗੱਲ ਮੰਨ ਲਈ ਅਤੇ ਹੁਣ ਦੇਖ ਤੂੰ ਸਿਰਫ 2 ਮਹੀਨਿਆਂ ਵਿੱਚ ਹੀ ਮੇਰੀ ਹੋ ਚੁੱਕੀ ਹੈ। ਪਰ ਇਹ 2 ਮਹੀਨੇ ਇੰਝ ਹੀ ਨਹੀਂ ਲੰਘ ਗਏ। ਮੈਂ ਇੱਕ ਮਿੰਟ ਨੂੰ ਗਿਣ ਕੇ ਗੁਜ਼ਾਰਿਆ ਸੀ। ਜਦੋਂ ਵੀ ਮੈਂ ਤੇਰੇ ਨਾਲ ਫੋਨ 'ਤੇ ਗੱਲ ਕਰਦਾ ਸੀ ਤਾਂ ਦਿਲ ਕਰਦਾ ਸੀ ਕਿ ਮੈਂ ਤੈਨੂੰ ਆਪਣੇ ਕੋਲ ਲੈ ਲਵਾਂ। ਰੀਤ ਅੱਜ ਮੇਰੇ ਦਿਲ ਦੀਆਂ ਸਾਰੀਆਂ ਚਾਹਤਾਂ ਪੂਰੀਆਂ ਹੋ ਚੁੱਕੀਆਂ ਹਨ, ਪਰ ਅਫਸੋਸ ਤਾਂ ਇਸ ਗੱਲ ਦਾ ਹੈ ਕਿ ਮੈਂ ਤੈਨੂੰ ਹਾਸਲ ਕਰਨ ਦੀ ਖੁਸ਼ੀ ਵੀ ਚੰਗੀ ਤਰ੍ਹਾਂ ਨਹੀਂ ਮਨਾ ਸਕਿਆ ਅਤੇ ਸਮਾਂ ਜੁਦਾਈ ਦਾ ਵੀ ਆ ਗਿਆ ਹੈ। ਮੇਰੇ ਪਤੀ ਦੀ ਆਖਰੀ ਗੱਲ ਸੁਣ ਕੇ ਮੈਂ ਹੈਰਾਨ ਰਹਿ ਗਈ। ਮੈਂ ਬੋਲੀ, ਇਹ ਤੁਸੀਂ ਕੀ ਕਹਿ ਰਹੇ ਹੋ? ਰੱਬ ਨਾ ਕਰੇ ਕਿ ਅਸੀਂ ਕਦੇ ਵੀ ਜੁਦਾ ਹੋਈਏ। ਮੇਰੇ ਪਤੀ ਨੇ ਕੁਝ ਸੋਚਦੇ ਹੋਏ ਮੈਨੂੰ ਦੇਖਿਆ ਅਤੇ ਫਿਰ ਬੋਲਿਆ, ਮੈਂ ਜਦੋਂ ਦਾ ਕਮਰੇ ਵਿੱਚ ਆਇਆ ਸੀ ਇਸ ਗੱਲ ਬਾਰੇ ਸੋਚ ਰਿਹਾ ਸੀ ਕਿ ਤੂੰ ਜ਼ਿਆਦਾ ਜ਼ਰੂਰੀ ਹੈ ਜਾਂ 25 ਲੱਖ। ਦਿਲ 'ਤੇ ਤੇਰਾ ਨਾਂ ਲਿਆ, ਪਰ ਦਿਮਾਗ ਕਹਿੰਦਾ ਹੈ ਕਿ 25 ਲੱਖ ਕੋਈ ਛੋਟੀ ਮੋਟੀ ਰਕਮ ਨਹੀਂ ਹੈ। ਜੇਕਰ ਮੈਂ ਸਾਰੀ ਜ਼ਿੰਦਗੀ ਵੀ ਕਮਾਵਾਂ ਤਾਂ ਵੀ 25 ਲੱਖ ਜਮ੍ਹਾਂ ਨਹੀਂ ਕਰ ਸਕਾਂਗਾ। ਮੈਂ ਹੈਰਾਨ ਪਰੇਸ਼ਾਨ ਹੋ ਕੇ ਬੋਲੀ, ਕਿਹੜੇ 25 ਲੱਖ ਅਤੇ ਕਿੱਥੋਂ ਆਏ? ਮੇਰਾ ਪਤੀ ਕਹਿਣ ਲੱਗਿਆ, ਤੇਰੇ ਪਾਪਾ ਨੇ ਵਧਾਈ ਵੇਲੇ ਮੈਨੂੰ ਆਫਰ ਦਿੱਤਾ ਸੀ ਕਿ ਜਿਸ ਤਰ੍ਹਾਂ ਮੇਰੀ ਕੁੜੀ ਨੂੰ ਵਿਦਾ ਕਰਕੇ ਲੈ ਜਾ ਰਿਹਾ ਉਸੇ ਤਰ੍ਹਾਂ ਇਸ ਨੂੰ ਤਲਾਕ ਦੇ ਕੇ ਮੇਰੇ ਘਰ ਵਾਪਸ ਛੱਡ ਜਾ ਤਾਂ ਮੈਂ ਤੈਨੂੰ ਪੂਰੇ 25 ਲੱਖ ਦੇਵਾਂਗਾ। ਮੈਨੂੰ ਮੇਰੇ ਪਤੀ ਦੀ ਗੱਲ ਸੁਣ ਕੇ ਬਹੁਤ ਗੁੱਸਾ ਆ ਰਿਹਾ ਸੀ। ਮੈਂ ਕਿਹਾ, ਤੁਹਾਡਾ ਦਿਮਾਗ ਤਾਂ ਠੀਕ ਹੈ ਨਾ? ਮੇਰੇ ਪਾਪਾ ਮੇਰੇ ਵਿਆਹ ਦੇ ਲਈ ਕਿੰਨੇ ਉਤਸੁਕ ਸਨ ਕਿ ਤੁਸੀਂ ਨਹੀਂ ਜਾਣਦੇ। ਉਹਨਾਂ ਨੇ ਬਹੁਤ ਛਾਣਬੀਨ ਕਰਕੇ ਮੇਰਾ ਰਿਸ਼ਤਾ ਤੈਅ ਕੀਤਾ ਸੀ, ਕਿਉਂਕਿ ਪਾਪਾ ਕਹਿੰਦੇ ਸਨ ਕਿ ਰੀਤ ਵਿਆਹ ਉਮਰ ਭਰ ਦਾ ਰਿਸ਼ਤਾ ਹੁੰਦਾ ਹੈ, ਇਸ ਲਈ ਮੈਂ ਸੋਚ ਸਮਝ ਕੇ ਹੀ ਤੇਰਾ ਵਿਆਹ ਕਰਾਂਗਾ। ਹੁਣ ਇਹ ਕਿਵੇਂ ਹੋ ਸਕਦਾ ਕਿ ਮੇਰੇ ਪਾਪਾ ਹੀ ਮੇਰਾ ਤਲਾਕ ਕਰਵਾਉਣਾ ਚਾਹੁੰਦੇ ਸਨ? ਤੁਸੀਂ ਜ਼ਰੂਰੀ ਮੇਰੇ ਨਾਲ ਮਜ਼ਾਕ ਕਰ ਰਹੇ ਹੋ, ਪਰ ਮੈਂ ਤੁਹਾਨੂੰ ਸਾਫ਼-ਸਾਫ਼ ਦੱਸ ਦੇਣਾ ਚਾਹੁੰਦੀ ਹਾਂ ਕਿ ਮੈਨੂੰ ਇਸ ਤਰ੍ਹਾਂ ਦਾ ਮਜ਼ਾਕ ਬਿਲਕੁਲ ਵੀ ਪਸੰਦ ਨਹੀਂ ਹੈ। ਇੱਕ ਗੱਲ ਸੱਚ ਹੈ ਕਿ ਮੈਂ ਤੁਹਾਨੂੰ ਬਹੁਤ ਪਿਆਰ ਕਰਦੀ ਹਾਂ, ਪਰ ਜੇਕਰ ਇਸ ਮਜ਼ਾਕ ਦੀ ਵਜ੍ਹਾ ਕਰਕੇ ਮੈਂ ਤੁਹਾਡੇ ਨਾਲ ਰੁੱਸ ਗਈ ਤਾਂ ਆਸਾਨੀ ਨਾਲ ਨਹੀਂ ਮੰਨਾਂਗੀ। ਮੇਰਾ ਪਤੀ ਬੋਲਿਆ, ਰੀਤ ਮੈਨੂੰ ਮਾफ़ ਕਰ ਦੇ, ਪਰ ਮੈਂ ਬਹੁਤ ਮਜਬੂਰ ਹੋ ਚੁੱਕਿਆ, ਇਸ ਲਈ ਮੈਂ ਤੈਨੂੰ ਤਲਾਕ ਦਿੰਦਾ।
ਇਹ ਕਹਿੰਦੇ ਹੀ ਮੇਰੇ ਪਤੀ ਨੇ ਤਲਾਕ ਦੇ ਪੇਪਰਾਂ 'ਤੇ ਸਾਈਨ ਕਰ ਦਿੱਤੇ। ਉਸ ਦੇ ਇੰਨਾ ਕਰਦੇ ਹੀ ਮੈਂ ਰੋਣ ਲੱਗੀ। ਮੈਂ ਤਾਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਮੇਰਾ ਪਤੀ ਮੇਰੇ ਨਾਲ ਇੰਜ ਵੀ ਕਰ ਸਕਦਾ। ਮੈਂ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਸੀ ਕਿ ਵਿਆਹ ਦੀ ਪਹਿਲੀ ਰਾਤ ਹੀ ਮੇਰਾ ਤਲਾਕ ਹੋ ਜਾਏਗਾ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆਉਣ ਲੱਗੇ ਤਾਂ ਮੇਰਾ ਪਤੀ ਬੋਲਿਆ, ਬਸ ਕਰ ਯਾਰ, ਇਹ ਰੋਣ ਦਾ ਟਾਈਮ ਨਹੀਂ ਹੈ। ਮੈਨੂੰ ਡਰ ਹੈ ਕਿਤੇ ਤੇਰੇ ਪਾਪਾ ਆਪਣਾ ਫੈਸਲਾ ਨਾ ਬਦਲ ਲੈਣ। ਜਲਦੀ ਜਲਦੀ ਉੱਠ, ਮੈਂ ਤੈਨੂੰ ਤੇਰੇ ਘਰੇ ਛੱਡ ਕੇ ਆਉਂਦਾ। ਕਿਤੇ ਇਹ ਨਾ ਹੋਵੇ ਕਿ ਮੇਰੇ 25 ਲੱਖ ਜੋ ਮੈਂ ਇੰਨੀ ਸੋਹਣੀ ਪਤਨੀ ਨੂੰ ਖੋ ਕੇ ਕਮਾਏ ਹਨ ਮੇਰੇ ਹੱਥਾਂ ਵਿੱਚੋਂ ਨਿਕਲ ਜਾਣ। ਮੇਰੇ ਤੋਂ ਤਾਂ ਹਿੱਲਿਆ ਵੀ ਨਹੀਂ ਜਾ ਰਿਹਾ ਸੀ। ਮੇਰੇ ਪਤੀ ਨੇ ਮੇਰਾ ਹੱਥ ਫੜ ਲਿਆ ਅਤੇ ਲਗਭਗ ਘਸੀਟਦਾ ਹੋਇਆ ਆਪਣੇ ਨਾਲ ਬਾਹਰ ਲੈ ਆਇਆ ਅਤੇ ਗੱਡੀ ਵਿੱਚ ਬਿਠਾ ਕੇ ਮੇਰੇ ਘਰ ਦੇ ਦਰਵਾਜ਼ੇ ਤੱਕ ਆ ਗਿਆ। ਉਸ ਨੇ ਡੋਰਬੈਲ ਵਜਾਈ। ਦਰਵਾਜ਼ਾ ਪਾਪਾ ਨੇ ਹੀ ਖੋਲ੍ਹਿਆ ਸੀ। ਪਾਪਾ ਨੂੰ ਦੇਖਦੇ ਹੀ ਮੈਂ ਰੋਣ ਲੱਗੀ। ਮੇਰੀਆਂ ਅੱਖਾਂ ਦੇ ਸਾਹਮਣੇ ਹੀ ਮੇਰੇ ਪਾਪਾ ਨੇ ਨੋਟਾਂ ਦਾ ਭਰਿਆ ਹੋਇਆ ਸੂਟਕੇਸ ਮੇਰੇ ਪਤੀ ਨੂੰ ਫੜਾ ਦਿੱਤਾ। ਮੇਰਾ ਪਤੀ ਨੋਟਾਂ ਨਾਲ ਭਰਿਆ ਹੋਇਆ ਸੂਟਕੇਸ ਲੈ ਕੇ ਚਲਾ ਗਿਆ ਅਤੇ ਮੈਂ ਉੱਥੇ ਹੀ ਪੱਥਰ ਦੇ ਬੁੱਤ ਦੀ ਤਰ੍ਹਾਂ ਖੜੀ ਰਹੀ। ਮੇਰੇ ਪਾਪਾ ਨੇ ਮੇਰਾ ਮੱਥਾ ਚੁੰਮਿਆ ਅਤੇ ਮੈਨੂੰ ਅੰਦਰ ਲੈ ਗਏ। ਮੈਂ ਸੋਫੇ 'ਤੇ ਬੈਠ ਗਈ ਅਤੇ ਜ਼ੋਰ-ਜ਼ੋਰ ਨਾਲ ਰੋਣ ਲੱਗੀ। ਪਾਪਾ ਨੇ ਮੈਨੂੰ ਕਿਹਾ ਕਿ ਰੱਬ ਦਾ ਲੱਖ ਸ਼ੁਕਰ ਹੈ ਕਿ ਤੇਰੀ ਜ਼ਿੰਦਗੀ ਤਬਾਹ ਹੋਣ ਤੋਂ ਬਚ ਗਈ। ਮੈਂ ਕਿਹਾ, ਮੈਨੂੰ ਦੱਸੋ ਤੁਸੀਂ ਮੇਰੇ ਨਾਲ ਇਹ ਕੀ ਕੀਤਾ? ਤੁਸੀਂ ਮੈਨੂੰ ਬਦਨਾਮ ਕਿਉਂ ਕਰ ਦਿੱਤਾ? ਮੈਂ ਤਾਂ ਸੁਣਿਆ ਸੀ ਕਿ ਬਾਪ ਆਪਣੀਆਂ ਕੁੜੀਆਂ ਦੇ ਘਰ ਵਸਾਉਣ ਦੀ ਖਾਤਰ ਬਹੁਤ ਕੁਝ ਕਰ ਜਾਂਦੇ ਹਨ, ਪਰ ਤੁਸੀਂ ਤਾਂ ਮੇਰੇ ਪਤੀ ਨੂੰ ਪੈਸਿਆਂ ਦਾ ਲਾਲਚ ਦੇ ਕੇ ਮੇਰਾ ਤਲਾਕ ਕਰਵਾ ਦਿੱਤਾ। ਮੈਂ ਆਪਣੇ ਮੱਥੇ 'ਤੇ ਤਲਾਕ ਦਾ ਧੱਬਾ ਸਜਾ ਕੇ ਕਿੱਥੇ ਫਿਰਾਂਗੀ? ਇਹਨੇ ਵਿੱਚ ਮੇਰੀ ਮਾਂ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆ ਗਈ ਅਤੇ ਕਹਿਣ ਲੱਗੀ, ਬੇਟੀ ਇਹ ਦੁੱਧ ਪੀ ਲੈ, ਤੈਨੂੰ ਆਰਾਮ ਮਿਲੇਗਾ। ਮੈਂ ਗੁੱਸੇ ਵਿੱਚ ਚੀਕਣ ਲੱਗੀ ਅਤੇ ਬੋਲੀ, ਮੰਮੀ ਮੇਰਾ ਘਰ ਉੱਜੜ ਗਿਆ। ਮੈਂ ਵਿਆਹ ਦੀ ਪਹਿਲੀ ਰਾਤ ਹੀ ਤਲਾਕ ਲੈ ਕੇ ਘਰ ਵਾਪਸ ਆ ਚੁੱਕੀ ਹਾਂ। ਹੁਣ ਇਸ ਸਭ ਦੇ ਪਿੱਛੇ ਕੋਈ ਹੋਰ ਨਹੀਂ, ਮੇਰਾ ਆਪਣਾ ਬਾਪ ਹੈ। ਮੈਨੂੰ ਦਿਲਾਸਾ ਦੇਣ ਦੀ ਬਜਾਏ ਤੁਸੀਂ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਏ ਹੋ। ਕੀ ਇੱਥੇ ਕੋਈ ਮਜ਼ਾਕ ਚੱਲ ਰਿਹਾ? ਮੇਰੀ ਮੰਮੀ ਨੇ ਮੈਨੂੰ ਗੱਲ ਨਾਲ ਲਾ ਲਿਆ ਅਤੇ ਪਾਪਾ ਕਹਿਣ ਲੱਗੇ, ਰੀਤ, ਜਦੋਂ ਤੇਰਾ ਵਿਆਹ ਰਮਨ ਨਾਲ ਹੋਇਆ ਸੀ ਤਾਂ ਮੇਰੇ ਇੱਕ ਰਿਸ਼ਤੇਦਾਰ ਨੇ ਆ ਕੇ ਮੇਰੇ ਕੰਨ ਵਿੱਚ ਦੱਸਿਆ ਸੀ ਕਿ ਰਮਨ ਚੰਗਾ ਮੁੰਡਾ ਨਹੀਂ ਹੈ। ਉਹ ਤੇਰੇ ਤੋਂ ਪਹਿਲਾਂ ਵੀ ਕਈ ਕੁੜੀਆਂ ਨਾਲ ਵਿਆਹ ਕਰਵਾ ਚੁੱਕਿਆ। ਇਹ ਸਭ ਸੁਣ ਕੇ ਮੈਂ ਹੈਰਾਨ ਰਹਿ ਗਈ, ਪਰ ਮੈਂ ਸੋਚਿਆ ਸ਼ਾਇਦ ਇਹ ਝੂਠੀ ਖਬਰ ਹੋਏਗੀ। ਇਸ ਲਈ ਮੈਂ ਆਪਣੇ ਜਾਸੂਸਾਂ ਤੋਂ ਪਤਾ ਕਰਵਾਇਆ ਤਾਂ ਮੈਨੂੰ ਲੱਗਾ ਕਿ ਰਮਨ ਸੱਚਮੁੱਚ ਹੀ ਚੰਗਾ ਮੁੰਡਾ ਨਹੀਂ ਹੈ। ਉਹ ਬਹੁਤ ਵੱਡਾ ਫਰੋਡ ਹੈ। ਤੂੰ ਮੇਰੀ ਇਕਲੌਤੀ ਔਲਾਦ ਹੈ। ਉਹ ਤੇਰੀ ਵੀ ਜ਼ਿੰਦਗੀ ਤਬਾਹ ਕਰ ਦਿੰਦਾ ਅਤੇ ਮੈਂ ਤੇਰੀ ਜ਼ਿੰਦਗੀ ਬਰਬਾਦ ਹੁੰਦੇ ਨਹੀਂ ਦੇਖ ਸਕਦਾ ਸੀ। ਮੈਂ ਗੁੱਸੇ ਵਿੱਚ ਕਿਹਾ, ਪਾਪਾ ਤੁਸੀਂ ਵਿਆਹ ਤੋਂ ਪਹਿਲਾਂ ਵੀ ਤਾਂ ਇਹ ਸਭ ਕੁਝ ਪਤਾ ਕਰਵਾ ਸਕਦੇ ਸੀ। ਤੁਸੀਂ ਪਹਿਲਾਂ ਇਸ ਗੱਲ ਦੀ ਜਾਣਕਾਰੀ ਕਿਉਂ ਨਹੀਂ ਇਕੱਠੀ ਕੀਤੀ? ਜੇਕਰ ਮੰਗਣਾ ਟੁੱਟ ਜਾਂਦਾ ਤਾਂ ਵੀ ਮੈਨੂੰ ਇੰਨਾ ਦੁੱਖ ਨਾ ਹੁੰਦਾ। ਹੁਣ ਤਾਂ ਮੈਂ ਵਿਆਹ ਤੋਂ ਬਾਅਦ ਤਲਾਕ ਲੈ ਕੇ ਆਈ ਹਾਂ। ਮੈਂ ਆਪਣੀਆਂ ਸਹੇਲੀਆਂ ਨੂੰ ਕੀ ਮੂੰਹ ਵਿਖਾਵਾਂਗੀ? ਲੋਕਾਂ ਤਾਂ ਮੇਰਾ ਮਜ਼ਾਕ ਉਡਾਉਣਗੇ। ਪਾਪਾ ਬੋਲੇ, ਲੋਕਾਂ ਦੀ ਖਾਤਰ ਮੈਂ ਤੇਰੀ ਜ਼ਿੰਦਗੀ ਖਰਾਬ ਨਹੀਂ ਹੋਣ ਦੇਣੀ ਚਾਹੁੰਦਾ ਸੀ। ਸਾਡਾ ਰੌਲਾ ਸੁਣ ਕੇ ਜੋ ਘਰ ਵਿੱਚ ਮਹਿਮਾਨ ਸਨ ਉਹ ਵੀ ਇਕੱਠੇ ਹੋਣ ਲੱਗੇ। ਇਸ ਨਜ਼ਾਰਾ ਦੇਖ ਕੇ ਉਹ ਵੀ ਹੈਰਾਨ ਰਹਿ ਗਏ ਅਤੇ ਮੰਮੀ ਨੇ ਜਲਦੀ ਮੈਨੂੰ ਹਲਦੀ ਵਾਲਾ ਦੁੱਧ ਪਿਲਾ ਦਿੱਤਾ। ਹੁਣ ਮੇਰੀਆਂ ਅੱਖਾਂ ਸਾਹਮਣੇ ਹਨੇਰਾ ਆਉਣ ਲੱਗਿਆ ਸੀ। ਮੈਨੂੰ ਗੂੜ੍ਹੀ ਨੀਂਦ ਆ ਚੁੱਕੀ ਸੀ। ਅਗਲੇ ਦਿਨ ਦੁਪਹਿਰ ਦੇ ਸਮੇਂ ਮੇਰੀ ਅੱਖ ਖੁੱਲ੍ਹੀ। ਮੈਂ ਆਪਣੇ ਬੈੱਡ 'ਤੇ ਲੇਟੀ ਹੋਈ ਸੀ। ਮੈਨੂੰ ਬਹੁਤ ਅਜੀਬ ਜਿਹਾ ਮਹਿਸੂਸ ਹੋ ਰਿਹਾ ਸੀ। ਮੇਰਾ ਦਿਮਾਗ ਆਲੇ ਦੁਆਲੇ ਦੇ ਮਾਹੌਲ ਨੂੰ ਪਹਿਚਾਨਣ ਵਿੱਚ ਗਲਤੀ ਕਰ ਰਿਹਾ ਸੀ। ਮੈਂ ਸੋਚ ਰਹੀ ਸੀ ਕਿ ਮੈਂ ਕੀ ਕਰ ਰਹੀ ਹਾਂ। ਫਿਰ ਮੇਰੇ ਦਿਮਾਗ ਵਿੱਚ ਰਾਤ ਵਾਲੀ ਸਾਰੀ ਘਟਨਾ ਘੁੰਮਣ ਲੱਗੀ। ਮੈਂ ਫਟਾਫਟ ਉੱਠ ਕੇ ਬੈਠ ਗਈ ਅਤੇ ਲਗਭਗ ਭੱਜਦੀ ਹੋਈ ਬਾਹਰ ਡਰਾਇੰਗ ਰੂਮ ਵਿੱਚ ਆ ਗਈ। ਸਾਰੇ ਮਹਿਮਾਨ ਵਾਪਸ ਜਾਣ ਦੀ ਤਿਆਰੀ ਕਰ ਰਹੇ ਸਨ, ਪਰ ਮੈਂ ਜਿਵੇਂ ਹੀ ਉਹਨਾਂ ਦੇ ਸਾਹਮਣੇ ਆਈ ਤਾਂ ਸਭ ਨੇ ਮੈਨੂੰ ਅਜੀਬ ਤਰੀਕੇ ਨਾਲ ਦੇਖਣ ਲੱਗੇ। ਮਹਿਮਾਨਾਂ ਦੀਆਂ ਨਜ਼ਰਾਂ ਵਿੱਚ ਮੇਰੇ ਲਈ ਗੁੱਸਾ ਨਹੀਂ ਸੀ, ਕੋਈ ਤਾਨਾ ਵੀ ਨਹੀਂ ਸੀ, ਪਰ ਕੁਝ ਅਜਿਹਾ ਸੀ ਜਿਸ ਨੂੰ ਮੈਂ ਸਮਝ ਨਹੀਂ ਪਾ ਰਹੀ ਸੀ। ਮੇਰੀ ਮੰਮੀ ਨੇ ਮੈਨੂੰ ਦੇਖਿਆ ਤਾਂ ਮੇਰਾ ਹੱਥ ਫੜ ਕੇ ਆਪਣੇ ਨਾਲ ਕਮਰੇ ਵਿੱਚ ਲੈ ਗਏ ਅਤੇ ਕਹਿਣ ਲੱਗੀ, ਰੀਤ ਤੂੰ ਆਪਣਾ ਦਿਲ ਛੋਟਾ ਨਾ ਕਰ, ਸਬਰ ਰੱਖ। ਅਸੀਂ ਕਿਸੇ ਅਜਿਹੇ ਆਦਮੀ ਨੂੰ ਤੇਰਾ ਹਮਸਫ਼ਰ ਨਹੀਂ ਬਣਾਉਣਾ ਚਾਹੁੰਦੇ ਸੀ ਜੋ ਤੈਨੂੰ ਤੰਗ ਪਰੇਸ਼ਾਨ ਕਰੇ। ਅਸੀਂ ਤੇਰਾ ਵਿਆਹ ਉਸ ਨਾਲ ਕਰਾਂਗੇ ਜੋ ਸਿਰਫ ਤੇ ਸਿਰਫ ਤੇਰਾ ਹੋਵੇ, ਤੈਨੂੰ ਸਾਰੀ ਦੁਨੀਆ ਦੀਆਂ ਖੁਸ਼ੀਆਂ ਦੇਵੇ।
ਤੂੰ ਜ਼ਿਆਦਾ ਸੋਚ ਵਿਚਾਰ ਨਾ ਕਰ। ਜਦੋਂ ਤੱਕ ਸਾਰੇ ਮਹਿਮਾਨ ਚਲੇ ਨਹੀਂ ਜਾਂਦੇ ਆਪਣੇ ਘਰ ਵਿੱਚ ਹੀ ਬੈਠੀ ਰਹੀ ਅਤੇ ਇਹ ਕਹਿ ਕੇ ਮੰਮੀ ਕਮਰੇ ਵਿੱਚੋਂ ਬਾਹਰ ਚਲੀ ਗਈ। ਮੈਂ ਫਿਰ ਇੱਕ ਵਾਰ ਰੋਣ ਲੱਗੀ। ਇਹ ਦੁੱਖ ਇੰਨਾ ਵੱਡਾ ਸੀ ਜੇ ਕਿਸੇ ਵੀ ਤਰ੍ਹਾਂ ਸਹਿਣ ਨਹੀਂ ਹੋ ਰਿਹਾ ਸੀ। ਹੌਲੀ ਹੌਲੀ ਸਾਰਾ ਘਰ ਖਾਲੀ ਹੋ ਗਿਆ। ਸਾਰੇ ਮਹਿਮਾਨ ਚਲੇ ਗਏ। ਮੈਂ ਹੁਣ ਵੀ ਆਪਣੇ ਕਮਰੇ ਵਿੱਚ ਹੀ ਬੈਠੀ ਸੀ। ਮੈਂ ਰਮਨ ਦੀ WhatsApp ਚੈਟ ਖੋਲ੍ਹੀ। ਹਰ ਮੈਸੇਜ ਵਿੱਚ ਉਸਨੇ ਮੈਨੂੰ ਆਪਣੇ ਪਿਆਰ ਦਾ ਇਜ਼ਹਾਰ ਕੀਤਾ ਸੀ, ਪਰ ਮੈਸੇਜ ਵਿੱਚ ਉਸਨੇ ਕਿਹਾ ਸੀ ਕਿ ਉਹ ਮੈਨੂੰ ਪਿਆਰ ਕਰਦਾ ਹੈ, ਮੇਰੇ ਬਿਨਾਂ ਨਹੀਂ ਰਹਿ ਸਕਦਾ। ਉਸਨੇ ਲਿਖਿਆ ਸੀ ਕਿ ਉਹ ਮੈਨੂੰ ਕਦੇ ਨਹੀਂ ਛੱਡੇਗਾ। ਅਜਿਹੀਆਂ ਗੱਲਾਂ ਕਰਨ ਵਾਲਾ ਇਨਸਾਨ ਧੋਖੇਬਾਜ਼ ਹੋ ਸਕਦਾ ਹੈ। ਮੇਰੇ ਦਿਲ ਵਿੱਚੋਂ ਆਵਾਜ਼ ਆਈ ਕਿ ਨਹੀਂ, ਅਜਿਹਾ ਨਹੀਂ ਹੋ ਸਕਦਾ। ਹੁਣ ਮੈਨੂੰ ਆਪਣੇ ਪਾਪਾ ਨਾਲ ਬਹੁਤ ਜ਼ਿਆਦਾ ਨਫ਼ਰਤ ਹੋ ਰਹੀ ਸੀ। ਉਹਨਾਂ ਕਰਕੇ ਮੇਰਾ ਘਰ ਟੁੱਟ ਗਿਆ ਸੀ। ਮੈਂ ਲੋਕਾਂ ਤੋਂ ਡਰਨ ਲੱਗੀ ਸੀ, ਇਸ ਲਈ ਘਰ ਤੋਂ ਬਾਹਰ ਹੀ ਨਹੀਂ ਨਿਕਲਦੀ ਸੀ। ਜਦੋਂ ਕਿ ਪਾਪਾ ਇਹ ਸਭ ਕੁਝ ਦੇਖ ਕੇ ਬਹੁਤ ਜ਼ਿਆਦਾ ਪਰੇਸ਼ਾਨ ਹੋ ਜਾਂਦੇ। ਉਹ ਮੈਨੂੰ ਕਹਿੰਦੇ, ਰੀਤ ਤੂੰ ਬਾਹਰ ਨਿਕਲਿਆ ਕਰ, ਘੁੰਮਿਆ ਫਿਰਿਆ ਕਰ, ਆਪਣੇ ਆਪ ਨੂੰ ਘਰ ਵਿੱਚ ਹੀ ਕੈਦ ਨਾ ਰੱਖ। ਮੈਂ ਉਹਨਾਂ ਦੀਆਂ ਗੱਲਾਂ ਇੱਕ ਕੰਨ ਵਿੱਚੋਂ ਸੁਣਦੀ ਅਤੇ ਦੂਜੇ ਕੰਨ ਵਿੱਚੋਂ ਬਾਹਰ ਕੱਢ ਦਿੰਦੀ, ਪਰ ਪਾਪਾ ਜ਼ਬਰਦਸਤੀ ਮੈਨੂੰ ਆਪਣੇ ਨਾਲ ਬਾਹਰ ਲੈ ਕੇ ਜਾਣ ਲੱਗੇ ਸੀ। ਹੁਣ ਮੈਨੂੰ ਬਹੁਤ ਜ਼ਿਆਦਾ ਸਮਾਂ ਦਿੰਦੇ ਸੀ। ਉਹ ਮੈਨੂੰ ਹਰ ਵੇਲੇ ਸਮਝਾਉਂਦੇ ਰਹਿੰਦੇ ਸਨ। ਇੱਕ ਦਿਨ ਉਹ ਮੈਨੂੰ ਕਹਿਣ ਲੱਗੇ, ਰੀਤ ਤੈਨੂੰ ਚਾਕਲੇਟ ਪਸੰਦ ਹੈ ਨਾ? ਮੈਂ ਕਿਹਾ ਹਾਂ। ਵਿੱਚ ਸਿਰ ਹਿਲਾ ਦਿੱਤਾ ਤਾਂ ਉਹ ਕਹਿਣ ਲੱਗੇ ਕਿ ਤੂੰ ਚਾਕਲੇਟ ਲੈਣ ਲਈ ਕਿਸ ਹੱਦ ਤੱਕ ਜਾ ਸਕਦੀ ਹੈ? ਮੈਂ ਕਿਹਾ ਪਾਪਾ ਮੈਂ ਤਾਂ ਪਹਾੜਾਂ ਨੂੰ ਵੀ ਪਾਰ ਕਰ ਸਕਦੀ ਹਾਂ। ਫਿਰ ਪਾਪਾ ਬੋਲੇ, ਜੇਕਰ ਮੈਂ ਤੇਰੇ ਸਾਹਮਣੇ ਇੱਕ ਪਾਸੇ ਬਿਰਿਆਨੀ ਰੱਖ ਦੇਵਾਂ, ਦੂਜੇ ਪਾਸੇ ਚਾਕਲੇਟ ਰੱਖ ਦੇਵਾਂ ਤੇ ਤੂੰ ਕਿਸ ਚੀਜ਼ ਨੂੰ ਚੁਣੇਗੀ? ਮੈਂ ਹੱਸਦੇ ਹੋਏ ਕਿਹਾ, ਪਾਪਾ 1 ਮਿੰਟ ਦੀ ਵੀ ਦੇਰੀ ਕੀਤੇ ਬਿਨਾਂ ਮੈਂ ਬਿਰਿਆਨੀ ਨੂੰ ਚੁਣਾਂਗੀ, ਕਿਉਂਕਿ ਬਿਰਿਆਨੀ ਦੇ ਸਾਹਮਣੇ ਚਾਕਲੇਟ ਦਾ ਪਿਆਰ ਦਿਲ ਵਿੱਚੋਂ ਘੱਟ ਹੋ ਜਾਂਦਾ। ਫਿਰ ਪਾਪਾ ਬੋਲੇ, ਰਮਨ ਲਈ ਤੂੰ ਚਾਕਲੇਟ ਦੀ ਤਰ੍ਹਾਂ ਸੀ, ਪੈਸਾ ਉਸ ਦੇ ਲਈ ਬਿਰਿਆਨੀ ਸੀ। ਉਸਨੇ ਪੈਸਿਆਂ ਦੀ ਖਾਤਰ ਤੈਨੂੰ ਛੱਡ ਦਿੱਤਾ ਤਾਂ ਹੁਣ ਤੂੰ ਵੀ ਸੱਚ ਕਿ ਤੂੰ ਸਾਰੀ ਜ਼ਿੰਦਗੀ ਉਸ ਦਾ ਰੋਗ ਲਗਾ ਕੇ ਬੈਠੀ ਰਹੇਂਗੀ। ਉਸ ਦਿਨ ਮੈਂ ਇੰਨਾ ਰੋਈ ਕਿ ਮੇਰੇ ਦਿਲ ਵਿੱਚੋਂ ਰਮਨ ਦਾ ਖਿਆਲ ਹਮੇਸ਼ਾ ਹਮੇਸ਼ਾ ਲਈ ਨਿਕਲ ਗਿਆ ਸੀ। ਪਾਪਾ ਮੈਨੂੰ ਇੱਕ ਨਵੀਂ ਸ਼ੁਰੂਆਤ ਲਈ ਤਿਆਰ ਕਰ ਰਹੇ ਸਨ। ਉਹਨਾਂ ਨੇ ਮੈਨੂੰ ਇੱਕ ਮੁੰਡੇ ਦੀ ਫੋਟੋ ਦਿਖਾਈ ਤਾਂ ਰਜ਼ਾਮੰਦੀ ਮੈਂ ਦੇ ਦਿੱਤੀ। ਪਾਪਾ ਨੇ ਮੁੰਡੇ ਵਾਲਿਆਂ ਨੂੰ ਘਰ ਬੁਲਾ ਲਿਆ ਸੀ ਅਤੇ ਮੇਰੀ ਅਤੇ ਕਰਨੈਲ ਦੀ ਮੁਲਾਕਾਤ ਕਰਵਾ ਦਿੱਤੀ। ਕਰਨੈਲ ਇੱਕ ਚੰਗਾ ਮੁੰਡਾ ਸੀ। ਉਹ ਕਹਿਣ ਲੱਗਿਆ, ਮੈਨੂੰ ਪਤਾ ਹੈ ਤੁਹਾਡਾ ਵਿਆਹ ਪਹਿਲਾਂ ਟੁੱਟ ਚੁੱਕਿਆ। ਮੈਂ ਜਾਣਦਾ ਹਾਂ ਕਿ ਕੁੜੀਆਂ ਲਈ ਵਿਆਹ ਟੁੱਟਣਾ ਬਹੁਤ ਵੱਡਾ ਸਦਮਾ ਹੁੰਦਾ ਹੈ। ਮੈਂ ਤੁਹਾਨੂੰ ਉਸ ਗਮ ਅਤੇ ਸਦਮੇ ਵਿੱਚੋਂ ਕੱਢਣ ਦੀ ਪੂਰੀ ਕੋਸ਼ਿਸ਼ ਕਰਾਂਗਾ ਅਤੇ ਤੁਹਾਨੂੰ ਬਹੁਤ ਪਿਆਰ ਦੇਵਾਂਗਾ। ਕਰਨੈਲ ਦੀਆਂ ਗੱਲਾਂ ਸੁਣ ਕੇ ਮੈਨੂੰ ਇੱਕ ਉਮੀਦ ਹੋ ਗਈ ਸੀ। ਮੈਂ ਪਾਪਾ ਨੂੰ ਕਹਿ ਦਿੱਤਾ ਕਿ ਮੈਂ ਕਰਨੈਲ ਨਾਲ ਵਿਆਹ ਕਰਨ ਲਈ ਤਿਆਰ ਹਾਂ, ਪਰ ਮੈਂ ਮੰਗਣਾ ਨਹੀਂ ਕਰਨਾ ਚਾਹੁੰਦੀ ਸੀ। ਮੈਂ ਸਿੱਧਾ ਵਿਆਹ ਦਾ ਆਪਸ਼ਨ ਚੁਣਿਆ ਸੀ। 2 ਹਫ਼ਤੇ ਬਾਅਦ ਉਹ ਦਿਨ ਵੀ ਆ ਗਿਆ ਜਦੋਂ ਮੇਰਾ ਅਤੇ ਕਰਨੈਲ ਦਾ ਵਿਆਹ ਹੋਣਾ ਸੀ। ਮੈਂ ਖੁਸ਼ ਸੀ, ਪਰ ਇਸ ਵਾਰ ਵਿਆਹ ਦੀ ਰਾਤ ਨੂੰ ਲੈ ਕੇ ਦਿਲ ਵਿੱਚ ਬਹੁਤ ਬੁਰੇ ਖਿਆਲ ਆ ਰਹੇ ਸਨ। ਕਹਿੰਦੇ ਹਨ ਕਿ ਦੁੱਧ ਦਾ ਮੱਚਿਆ ਲੱਸੀ ਵੀ ਫੂਕ ਫੂਕ ਕੇ ਪੀਂਦਾ। ਮੈਂ ਕਰਨੈਲ ਦੇ ਕਮਰੇ ਵਿੱਚ ਬੈਠੀ ਸੀ। ਉਹ ਬਹੁਤ ਖੁਸ਼ ਸੀ। ਉਹ ਮੇਰੇ ਕੋਲ ਆਇਆ, ਮੇਰਾ ਘੁੰਡ ਚੁੱਕਿਆ ਅਤੇ ਮੇਰੇ ਹੱਥ ਵਿੱਚ ਸੋਨੇ ਦੀ ਅੰਗੂਠੀ ਪਾ ਕੇ ਬੋਲਿਆ, ਰੀਤ ਮੈਂ ਤੈਨੂੰ ਸਾਰੀ ਜ਼ਿੰਦਗੀ ਖੁਸ਼ ਰੱਖਣ ਦੀ ਕੋਸ਼ਿਸ਼ ਕਰਾਂਗਾ। ਮੈਂ ਮੁਸਕਰਾਉਂਦੇ ਹੋਏ ਕਿਹਾ ਕਿ ਮੈਨੂੰ ਤੁਹਾਡੀਆਂ ਗੱਲਾਂ 'ਤੇ ਯਕੀਨ ਕਰ ਲੈਣਾ ਚਾਹੀਦਾ ਹੈ। ਕਰਨੈਲ ਨੇ ਹਾਂ ਵਿੱਚ ਸਿਰ ਹਿਲਾ ਦਿੱਤਾ ਅਤੇ ਬੋਲਿਆ, ਜਾਨ ਦੀ ਬਾਜੀ ਲਗਾ ਦੇਵਾਂਗਾ, ਪਰ ਆਪਣੇ ਵਾਅਦਿਆਂ ਤੋਂ ਨਹੀਂ ਫਿਰਾਂਗਾ। ਉਸ ਵੇਲੇ ਕਰਨੈਲ ਦੇ ਮੋਬਾਈਲ 'ਤੇ ਘੰਟੀ ਵੱਜੀ। ਉਸਨੇ ਫ਼ੋਨ ਚੱਕ ਕੇ ਕੰਨ ਨੂੰ ਲਗਾਇਆ। ਕੁਝ ਹੀ ਦੇਰ ਬਾਅਦ ਉਸ ਦੇ ਚਿਹਰੇ ਦੀ ਮੁਸਕਰਾਹਟ ਗੁੰਮ ਹੋ ਗਈ। ਉਹ ਕਹਿਣ ਲੱਗਿਆ, ਤੁਸੀਂ ਇਹ ਕੀ ਕਹਿ ਰਹੇ ਹੋ? ਮੈਂ ਤੁਹਾਡੀ ਗੱਲ ਨਹੀਂ ਸਮਝ ਰਿਹਾ। ਫ਼ੋਨ ਕਰਨ ਵਾਲਾ ਇਨਸਾਨ ਪਤਾ ਨਹੀਂ ਕੀ ਕਹਿ ਰਿਹਾ ਸੀ। ਕਰਨੈਲ ਬੋਲਿਆ, ਤੁਹਾਡੀ ਗੱਲ 'ਤੇ ਯਕੀਨ ਕਿਵੇਂ ਕਰ ਲਵਾਂ? ਫ਼ੋਨ ਕਰਨ ਵਾਲੇ ਇਨਸਾਨ ਨੇ ਦੁਬਾਰਾ ਪਤਾ ਨਹੀਂ ਕੀ ਕਿਹਾ ਕਿ ਜੋ ਕਰਨੈਲ ਦੇ ਚਿਹਰੇ 'ਤੇ ਮੁਸਕਰਾਹਟ ਆ ਗਈ। ਕਰਨੈਲ ਨੇ ਫ਼ੋਨ ਬੰਦ ਕਰ ਦਿੱਤਾ ਅਤੇ ਮੇਰਾ ਹੱਥ ਫੜ ਕੇ ਬੋਲਿਆ, ਰੀਤ ਮੈਂ ਤੈਨੂੰ ਤਲਾਕ ਦਿੰਦਾ। ਇਹ ਸ਼ਬਦ ਮੇਰੇ ਦਿਮਾਗ 'ਤੇ ਹਥੌੜੇ ਦੀ ਤਰ੍ਹਾਂ ਵੱਜ ਰਹੇ ਸਨ। ਮੈਂ ਕਿਹਾ, ਤੇ ਤੂੰ ਕੀ ਬਕਵਾਸ ਕਰ ਰਿਹਾ? ਕਰਨੈਲ ਕਹਿਣ ਲੱਗਿਆ, ਰੀਤ ਮੈਂ 2 ਸਾਲ ਪਹਿਲਾਂ ਹੀ ਇੱਕ ਪ੍ਰਾਈਵੇਟ ਕੰਪਨੀ ਵਿੱਚ ਜੋਬ ਸ਼ੁਰੂ ਕੀਤੀ ਸੀ। ਮੈਨੂੰ ਬਹੁਤ ਬੁਰੇ ਹਾਲਾਤਾਂ ਵਿੱਚੋਂ ਗੁਜ਼ਰਨਾ ਪਿਆ ਸੀ। ਮੇਰੀ ਤਨਖਾਹ ਵੀ ਬਹੁਤ ਘੱਟ ਸੀ। ਮੈਨੂੰ ਪੈਸਿਆਂ ਦੀ ਬਹੁਤ ਜ਼ਿਆਦਾ ਜ਼ਰੂਰਤ ਹੈ।
ਮੇਰੀ ਜ਼ਿੰਦਗੀ ਦੀ ਸਭ ਤੋਂ ਵੱਡੀ ਤਮੰਨਾ ਇਹੀ ਹੈ ਕਿ ਜੇਕਰ ਮੈਨੂੰ ਕਿਸੇ ਪਾਸੋਂ 20 ਲੱਖ ਰੁਪਏ ਮਿਲ ਜਾਂਦੇ ਹਨ ਤਾਂ ਮੈਂ ਆਪਣਾ ਬਿਜ਼ਨਸ ਸ਼ੁਰੂ ਕਰ ਲਵਾਂ। ਹੁਣੇ ਤੇਰੇ ਪਾਪਾ ਦਾ ਫੋਨ ਆਇਆ ਸੀ, ਉਹ ਮੈਨੂੰ 25 ਲੱਖ ਰੁਪਏ ਦੇਣ ਲਈ ਤਿਆਰ ਹਨ। ਬਦਲੇ 'ਚ ਉਹ ਚਾਹੁੰਦੇ ਹਨ ਕਿ ਮੈਂ ਤੈਨੂੰ ਤਲਾਕ ਦੇ ਦੇਵਾਂ। ਚਲੋ ਮੈਂ ਤੈਨੂੰ ਤੇਰੇ ਘਰ ਤੱਕ ਛੱਡ ਆਉਣਾ ਅਤੇ ਤਲਾਕ ਦੇ ਪੇਪਰ ਸਵੇਰੇ ਪਹੁੰਚਾ ਦੇਵਾਂਗਾ। ਮੇਰਾ ਸਿਰ ਚਕਰਾਉਣ ਲੱਗ ਪਿਆ ਅਤੇ ਮੈਂ ਗੁੱਸੇ ਵਿੱਚ ਬੋਲੀ, ਨਹੀਂ ਜਾਣਾ ਮੈਂ ਤੇਰੇ ਨਾਲ, ਮੈਂ ਆਪਣੇ ਆਪ ਚਲੀ ਜਾਵਾਂਗੀ। ਕਰਨੈਲ ਮੁਸਕਰਾਉਂਦੇ ਹੋਏ ਬੋਲਿਆ, ਯਾਰ ਮੇਰੀ ਮਜਬੂਰੀ ਹੈ। ਤੇਰੇ ਪਾਪਾ ਨੇ ਮੈਨੂੰ ਕਿਹਾ ਜੇਕਰ ਤੂੰ ਮੇਰੀ ਬੇਟੀ ਨੂੰ ਘਰ ਤੱਕ ਛੱਡਣ ਆਏਗਾ ਤਾਂ ਹੀ ਤੈਨੂੰ ਪੈਸੇ ਮਿਲਣਗੇ। ਜੇਕਰ ਮੈਨੂੰ ਤੇਰੇ ਨਾਲ ਜ਼ਬਰਦਸਤੀ ਵੀ ਕਰਨੀ ਪਈ ਤਾਂ ਵੀ ਮੈਂ ਪਿੱਛੇ ਨਹੀਂ ਹਟਾਂਗਾ। ਮੈਂ ਕੁਝ ਕਹੇ ਬਿਨਾਂ ਹੀ ਕਰਨੈਲ ਨਾਲ ਚੱਲ ਪਈ। ਜੋ ਆਦਮੀ ਮੈਨੂੰ ਪੈਸਿਆਂ ਦੇ ਖਾਤਰ ਤਲਾਕ ਦੇ ਸਕਦਾ ਫਿਰ ਉਹ ਕੁਝ ਵੀ ਕਰ ਸਕਦਾ ਸੀ। ਘਰ ਦੇ ਦਰਵਾਜ਼ੇ 'ਤੇ ਪਹੁੰਚ ਕੇ ਕਰਨੈਲ ਨੇ ਡੋਰਬੈਲ ਵਜਾਈ। ਦਰਵਾਜ਼ਾ ਪਾਪਾ ਨੇ ਖੋਲ੍ਹਿਆ ਸੀ। ਪਾਪਾ ਨੇ ਮੈਨੂੰ ਦੇਖ ਕੇ ਬੋਲੇ, ਆ ਗਈ ਮੇਰੀ ਬੇਟੀ। ਅਜਿਹੇ ਅੰਦਾਜ਼ ਵਿੱਚ ਮੈਨੂੰ ਪੁੱਛ ਰਹੇ ਸਨ ਜਿਵੇਂ ਮੈਂ ਕਿਸੇ ਟ੍ਰਿਪ ਤੋਂ ਵਾਪਸ ਆਈ ਹੋਵਾਂ। ਮੈਂ ਕੁਝ ਨਹੀਂ ਬੋਲੀ। ਪਾਪਾ ਕਰਨੈਲ ਨਾਲ ਗੱਲਾਂ ਕਰਨ ਲੱਗੇ ਸੀ ਜਦੋਂ ਕਿ ਮੇਰੀ ਮੰਮੀ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਈ ਸੀ। ਮੈਂ ਗੁੱਸੇ ਵਿੱਚ ਚੀਕਣ ਲੱਗੀ ਅਤੇ ਕਿਹਾ, ਮੰਮੀ ਪਾਪਾ ਨੇ ਦੂਜੀ ਵਾਰ ਵੀ ਮੇਰਾ ਘਰ ਉਜਾੜ ਦਿੱਤਾ। ਪਿੱਛੇ ਤੋਂ ਪਾਪਾ ਦੀ ਆਵਾਜ਼ ਆਈ। ਉਹ ਕਹਿਣ ਲੱਗੇ, ਮੈਂ ਤੈਨੂੰ ਬਚਾਉਣ ਲਈ ਇਹ ਸਭ ਕੁਝ ਕੀਤਾ। ਕਰਨੈਲ ਇੱਕ ਚੰਗਾ ਮੁੰਡਾ ਨਹੀਂ ਸੀ, ਉਹ ਤੈਨੂੰ ਖੁਸ਼ ਨਹੀਂ ਰੱਖ ਸਕਦਾ ਸੀ। ਮੈਂ ਗੁੱਸੇ ਵਿੱਚ ਬੋਲੀ, ਪਾਪਾ ਮੈਨੂੰ ਹੈਰਾਨੀ ਹੁੰਦੀ ਹੈ ਕਿ ਤੁਸੀਂ ਕਰੋਨਾ ਦਾ ਬਿਜ਼ਨਸ ਇਕੱਲੇ ਕਿਵੇਂ ਸੰਭਾਲਿਆ ਹੋਇਆ ਜਦੋਂ ਕਿ ਤੁਹਾਡੇ ਵਿੱਚ ਤਾਂ ਫੈਸਲਾ ਲੈਣ ਦੀ ਹਿੰਮਤ ਹੀ ਨਹੀਂ ਹੈ ਅਤੇ ਨਾ ਹੀ ਤੁਹਾਡੇ ਅੰਦਰ ਕੋਈ ਸਮਝ ਹੈ। ਤੁਹਾਨੂੰ ਤਾਂ ਇੰਨਾ ਹੀ ਨਹੀਂ ਪਤਾ ਕਿ ਸਾਹਮਣੇ ਵਾਲਾ ਇਨਸਾਨ ਧੋਖੇਬਾਜ਼ ਹੈ ਜਾਂ ਵਫਾਦਾਰ। ਤੁਹਾਨੂੰ ਲੋਕਾਂ ਦੀ ਪਰਖ ਨਹੀਂ ਹੈ। ਤੁਸੀਂ ਇੱਕ ਫੇਲੀਅਰ ਇਨਸਾਨ ਹੋ। ਮੇਰਾ ਗੁੱਸਾ ਦੇਖ ਕੇ ਮੇਰੀ ਮੰਮੀ ਹੈਰਾਨ ਰਹਿ ਗਈ ਸੀ। ਉਹ ਕਹਿਣ ਲੱਗੀ, ਬੇਟੀ ਇਹ ਦੁੱਧ ਪੀ ਲੈ, ਤੈਨੂੰ ਆਰਾਮ ਮਿਲ ਜਾਏਗਾ। ਮੈਂ ਨਾ ਵਿੱਚ ਸਿਰ ਲਾ ਦਿੱਤਾ ਪਰ ਮੰਮੀ ਨੇ ਜ਼ਬਰਦਸਤੀ ਮੈਨੂੰ ਦੁੱਧ ਪਿਲਾ ਦਿੱਤਾ। ਦੁੱਧ ਪੀਂਦੇ ਹੀ ਮੈਨੂੰ ਨੀਂਦ ਆ ਗਈ। ਅਗਲੇ ਦਿਨ ਮੈਂ ਬਹੁਤ ਦੇਰ ਨਾਲ ਉੱਠੀ ਸੀ। ਦਿਨ ਚੜ੍ਹ ਗਿਆ ਸੀ। ਮੇਰੇ ਘਰ ਦੇ ਨੌਕਰ ਮੈਨੂੰ ਬਹੁਤ ਹੀ ਅਜੀਬ ਜਿਹੀਆਂ ਹੈਰਾਨੀ ਭਰੀਆਂ ਨਜ਼ਰਾਂ ਨਾਲ ਦੇਖ ਰਹੇ ਸਨ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਇਹ ਸਭ ਕੁਝ ਕੀ ਹੋ ਰਿਹਾ। ਹੁਣ ਮੈਂ ਆਪਣੇ ਆਪ ਨੂੰ ਕਮਰੇ ਤੱਕ ਹੀ ਸੀਮਿਤ ਰੱਖ ਲਿਆ ਸੀ। ਮੈਂ ਕਿਸੇ ਨਾਲ ਵੀ ਮਿਲਦੀ ਜੁਲਦੀ ਨਹੀਂ ਸੀ। ਇੱਕ ਦਿਨ ਪਾਪਾ ਮੇਰੇ ਕੋਲ ਆਏ ਅਤੇ ਕਹਿਣ ਲੱਗੇ, ਕਿੰਨੇ ਦਿਨ ਹੋ ਗਏ ਹਨ, ਮੈਂ ਤੇਰਾ ਇੰਤਜ਼ਾਰ ਕਰ ਰਿਹਾ ਸੀ ਕਿ ਤੂੰ ਕਦੋਂ ਬਾਹਰ ਆਏਂਗੀ, ਸਾਡੇ ਨਾਲ ਘੁਲੇ ਮਿਲੇਗੀ, ਗੱਲਾਂ ਕਰੇਂਗੀ, ਪਰ ਤੂੰ ਤਾਂ ਸਾਡੇ ਤੋਂ ਦੂਰ ਹੀ ਬਣਾ ਲਈ ਹੈ। ਮੈਂ ਕਿਹਾ, ਪਾਪਾ ਤੁਸੀਂ ਮੇਰੇ ਨਾਲ ਇੰਨਾ ਬੁਰਾ ਕਿਉਂ ਕੀਤਾ? ਤੁਸੀਂ ਮੇਰਾ ਤਲਾਕ ਕਿਉਂ ਕਰਵਾਇਆ? ਪਾਪਾ ਕਹਿਣ ਲੱਗੇ, ਬੇਟੀ ਕਦੇ ਕਦੇ ਆਪਣੀ ਔਲਾਦ ਲਈ ਇਨਸਾਨ ਨੂੰ ਕੌੜਾ ਘੁੱਟ ਪੀਣਾ ਹੀ ਪੈਂਦਾ, ਨਹੀਂ ਤਾਂ ਦੁਨੀਆ ਵਿੱਚ ਅਜਿਹਾ ਕਿਹੜਾ ਬਾਪ ਹੋਏਗਾ ਜੋ ਆਪਣੀ ਔਲਾਦ ਨੂੰ ਮੁਸ਼ਕਲ ਹਾਲਾਤ ਵਿੱਚ ਪਾਵੇ। ਮੇਰਾ ਵੱਸ ਚੱਲੇ ਤਾਂ ਮੈਂ ਤੇਰੇ ਪੈਰ ਵੀ ਆਪਣੀ ਥੈਲੀ 'ਤੇ ਰੱਖ ਲਵਾਂ, ਪਰ ਇਹ ਦੁਨੀਆ ਹੈ ਧੀਏ, ਇੱਥੇ ਔਲਾਦ ਅਤੇ ਪੈਸਾ ਇਨਸਾਨ ਦੀ ਅਜ਼ਮਾਇਸ਼ ਦੇ ਲਈ ਉਤਾਰੇ ਗਏ ਹਨ। ਮੈਂ ਜੋ ਵੀ ਕੁਝ ਕੀਤਾ ਬਹੁਤ ਹੀ ਤਕਲੀਫ ਦੇਣ ਵਾਲਾ ਹੈ। ਮੈਂ ਕਿਹਾ, ਪਾਪਾ ਹੁਣ ਬਸ ਮੈਂ ਹੋਰ ਤੁਹਾਨੂੰ ਆਪਣੇ ਜਜ਼ਬਾਤ ਨਾਲ ਖੇਡਣ ਦੀ ਇਜਾਜ਼ਤ ਨਹੀਂ ਦਿਆਂਗੀ, ਇਹ ਆਖਰੀ ਵਾਰ ਸੀ। ਪਾਪਾ ਨੇ ਕਿਹਾ, ਹਾਂ ਬੇਟੀ ਹਾਂ, ਤੂੰ ਜਿਵੇਂ ਕਹੇਂਗੀ ਉਸੇ ਤਰ੍ਹਾਂ ਹੀ ਹੋਏਗਾ। ਉਸ ਦਿਨ ਤੋਂ ਬਾਅਦ ਮੰਮੀ ਪਾਪਾ ਨਾਲ ਬੈਠਣ ਲੱਗੀ, ਹੱਸ ਬੋਲਣ ਲੱਗੀ। ਹਾਲੇ ਵੀ ਬਹੁਤ ਸਾਰੇ ਸਵਾਲ ਸਨ ਮੇਰੇ ਦਿਮਾਗ ਵਿੱਚ ਚੱਲ ਰਹੇ ਸਨ ਕਿ ਪਾਪਾ ਮੇਰਾ ਤਲਾਕ ਕਿਉਂ ਕਰਵਾਉਂਦੇ ਸਨ। ਮੇਰੇ ਦੋਵੇਂ ਪਤੀ ਬੁਰੇ ਸਨ ਅਤੇ ਜੇਕਰ ਬੁਰੇ ਵੀ ਸਨ ਤਾਂ ਇਸ ਗੱਲ ਦਾ ਪਤਾ ਪਾਪਾ ਨੂੰ ਪਹਿਲਾਂ ਕਿਉਂ ਨਹੀਂ ਹੁੰਦਾ ਸੀ ਅਤੇ ਕੀ ਵਿਆਹ ਵਾਲੀ ਰਾਤ ਹੀ ਪਾਪਾ ਨੂੰ ਸੁਪਨੇ ਆਉਂਦੇ ਸਨ ਕਿ ਮੇਰੇ ਪਤੀ ਬੁਰੇ ਹਨ ਅਤੇ ਉਸੇ ਦਿਨ ਹੀ ਤਲਾਕ ਕਰਵਾ ਦਿੰਦੇ ਸਨ। ਚਲੋ ਮੰਨ ਲਿਆ ਕਿ ਇਹ ਵੀ ਠੀਕ ਹੈ ਕਿ ਪਰ ਪਾਪਾ ਹਰ ਵਾਰ 25 ਲੱਖ ਵਰਗੀ ਵੱਡੀ ਰਕਮ ਦੇ ਕੇ ਹੀ ਮੇਰਾ ਤਲਾਕ ਕਿਉਂ ਕਰਵਾਉਂਦੇ ਸਨ? ਮੈਂ ਇਹਨਾਂ ਸਾਰਿਆਂ ਸਵਾਲਾਂ ਦਾ ਜਵਾਬ ਵਿੱਚ ਉਲਝੀ ਰਹਿੰਦੀ ਸੀ। ਇੱਕ ਵਾਰ ਕਮਰੇ ਵਿੱਚ ਬੈਠੀ ਮੈਂ ਇਹਨਾਂ ਸੋਚਾਂ ਵਿੱਚ ਹੀ ਸੀ, ਗੁੰਮ ਸੀ, ਅਤੇ ਪਾਪਾ ਨੇ ਮੈਨੂੰ ਕਿਹਾ ਕਿ ਉਹ ਮੇਰਾ ਤੀਜਾ ਵਿਆਹ ਕਰਵਾਉਣਾ ਚਾਹੁੰਦੇ ਹਨ। ਪਾਪਾ ਦੀ ਗੱਲ ਸੁਣ ਕੇ ਮੈਂ ਗੁੱਸੇ ਵਿੱਚ ਪਾਗਲ ਹੋ ਰਹੀ ਸੀ। ਮੈਂ ਕਿਹਾ, ਨਹੀਂ, ਹੁਣ ਮੈਂ ਤੁਹਾਨੂੰ ਆਪਣੀ ਜ਼ਿੰਦਗੀ ਨਾਲ ਖੇਡਣ ਦਾ ਕੋਈ ਹੱਕ ਨਹੀਂ ਦੇਵਾਂਗੀ। ਤੁਸੀਂ ਵਾਰ-ਵਾਰ ਮੇਰੇ ਜਜ਼ਬਾਤਾਂ ਨੂੰ ਠੇਸ ਪਹੁੰਚਾਉਂਦੇ ਹੋ, ਮੈਨੂੰ ਕਿਤੇ ਮੂੰਹ ਦਿਖਾਉਣ ਦੇ ਕਾਬਲ ਨਹੀਂ ਛੱਡਿਆ। ਪਾਪਾ ਨੇ ਮੈਨੂੰ ਕਿਹਾ, ਬਸ ਇੱਕ ਵਾਰ ਹੋਰ ਸਹੀ, ਇਸ ਵਾਰ ਮੈਂ ਤੇਰੇ ਲਈ ਬਹੁਤ ਹੀ ਚੰਗਾ ਮੁੰਡਾ ਲੱਭਿਆ, ਉਹ ਤੈਨੂੰ ਬਹੁਤ ਖੁਸ਼ ਰੱਖੇਗਾ। ਬਸ ਇੱਕ ਵਾਰ ਆਪਣੇ ਪਾਪਾ ਦੀ ਗੱਲ ਮੰਨ ਲੈ ਧੀਏ।
ਮੈਂ ਕਿਹਾ ਨਹੀਂ ਪਾਪਾ, ਜੇਕਰ ਕੋਈ ਮੁੰਡਾ ਅਸਮਾਨ ਤੋਂ ਵੀ ਮੇਰੇ ਲਈ ਉੱਤਰ ਆਏਗਾ ਤਾਂ ਮੈਂ ਵੀ ਤੀਜਾ ਵਿਆਹ ਨਹੀਂ ਕਰਾਂਗੀ। ਪਾਪਾ ਮੇਰੇ ਸਾਹਮਣੇ ਬੈਠ ਕੇ ਹੱਥ ਜੋੜ ਕੇ ਰੋਣ ਲੱਗੇ ਅਤੇ ਬੋਲੇ, ਜਦੋਂ ਮੈਂ ਤੈਨੂੰ ਉਦਾਸ ਦੇਖਦਾ ਤਾਂ ਮੇਰਾ ਦਿਲ ਟੁੱਟ ਜਾਂਦਾ। ਮੈਂ ਆਪਣੇ ਆਪ ਨੂੰ ਮਾफ़ ਨਹੀਂ ਕਰ ਪਾ ਰਿਹਾ। ਮੇਰੀ ਬੇਟੀ ਮੈਨੂੰ ਮਾफ़ ਕਰ ਦੇ ਅਤੇ ਹਾਂ ਕਹਿ ਦੇ। ਜੇਕਰ ਮੈਂ ਤੈਨੂੰ ਇਸ ਤਰ੍ਹਾਂ ਦੀ ਉਦਾਸ ਅਤੇ ਪਰੇਸ਼ਾਨ ਦੇਖਦਾ ਰਿਹਾ ਤਾਂ ਇੱਕ ਦਿਨ ਮੈਂ ਆਪਣੇ ਹੀ ਜਾਨ ਲੈ ਲਵਾਂਗਾ। ਪਾਪਾ ਦੀ ਗੱਲ ਸੁਣ ਕੇ ਮੈਂ ਘਬਰਾ ਗਈ। ਮੈਂ ਕਿਹਾ ਨਹੀਂ ਪਾਪਾ, ਤੁਸੀਂ ਅਜਿਹੀਆਂ ਗੱਲਾਂ ਨਾ ਕਰੋ। ਉਹਨਾਂ ਦੇ ਹੰਝੂ ਰੁਕਣ ਦਾ ਨਾਮ ਨਹੀਂ ਲੈ ਰਹੇ ਸਨ। ਮੈਂ ਮਜਬੂਰੀ ਵਿੱਚ ਹਾਂ ਕਰ ਦਿੱਤੀ। ਮੈਂ ਵਿਆਹ ਲਈ ਹਾਂ ਤਾਂ ਕਰ ਦਿੱਤੀ ਸੀ, ਪਰ ਇਸ ਵਾਰ ਨਾ ਹੀ ਮੈਂ ਦਿਮਾਗੀ ਤੌਰ 'ਤੇ ਤਿਆਰ ਸੀ, ਨਾ ਹੀ ਜਜ਼ਬਾਤੀ ਤੌਰ 'ਤੇ। ਇਹ ਸਿਰਫ ਇੱਕ ਮਜਬੂਰੀ ਸੀ ਜਿਸ ਨੂੰ ਮੈਂ ਨਿਭਾ ਰਹੀ ਸੀ। ਮੇਰਾ ਤੀਜਾ ਵਿਆਹ ਵੀ ਹੋ ਗਿਆ, ਪਰ ਇਹ ਵੀ ਮੇਰੇ ਪੁਰਾਣੇ ਵਿਆਹਾਂ ਦੀ ਤਰ੍ਹਾਂ ਹੀ ਸੀ। ਮੇਰੇ ਤੀਜੇ ਪਤੀ ਨੇ ਵੀ ਮੈਨੂੰ ਵਿਆਹ ਦੀ ਰਾਤ ਹੀ ਤਲਾਕ ਦੇ ਕੇ ਮੇਰੇ ਘਰ ਛੱਡ ਦਿੱਤਾ। ਮੇਰੇ ਪਾਪਾ ਨੇ ਉਸ ਨੂੰ 25 ਲੱਖ ਰੁਪਏ ਦਿੱਤੇ। ਮੈਂ ਗੁੱਸੇ ਨਾਲ ਪਾਗਲ ਹੋ ਗਈ ਸੀ। ਮੈਨੂੰ ਸਮਝ ਨਹੀਂ ਆ ਰਿਹਾ ਸੀ ਕਿ ਮੈਂ ਕੀ ਕਰਾਂ। ਅਜਿਹਾ ਲੱਗ ਰਿਹਾ ਸੀ ਕਿ ਸਾਰੀ ਦੁਨੀਆ ਨੂੰ ਹੀ ਅੱਗ ਲਗਾ ਦੇਵਾਂ ਅਤੇ ਸਭ ਤੋਂ ਪਹਿਲਾਂ ਆਪਣੇ ਘਰ ਨੂੰ ਲਾਵਾਂ। ਹੁਣ ਮੈਨੂੰ ਆਪਣੇ ਮਾਂ-ਬਾਪ ਨਾਲ ਨਫ਼ਰਤ ਹੋ ਗਈ ਸੀ। ਜੇਕਰ ਮੇਰੇ ਪਾਪਾ ਇਹ ਗਲਤੀ ਕਰ ਰਹੇ ਸਨ ਤਾਂ ਮੇਰੀ ਮੰਮੀ ਉਹਨਾਂ ਨੂੰ ਰੋਕਦੀ ਕਿਉਂ ਨਹੀਂ ਸੀ, ਬਲਕਿ ਉਹ ਤਾਂ ਹਰ ਵਾਰ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਹਾਜ਼ਰ ਹੋ ਜਾਂਦੀ ਸੀ। ਹਾਲੇ 1 ਮਹੀਨਾ ਹੀ ਚੈਨ ਨਾਲ ਲੰਘਿਆ ਸੀ ਕਿ ਮੇਰੇ ਪਾਪਾ ਮੇਰੇ ਲਈ ਚੌਥਾ ਰਿਸ਼ਤਾ ਲੈ ਕੇ ਆ ਗਏ। ਮੈਂ ਗੁੱਸੇ 'ਚ ਪਾਪਾ ਨੂੰ ਕਿਹਾ, ਅੱਜ ਤੋਂ ਬਾਅਦ ਮੈਂ ਦੁਬਾਰਾ ਤੁਹਾਡੇ ਮੂੰਹੋਂ ਇਹ ਸ਼ਬਦ ਨਾ ਸੁਣਾ। ਮੇਰੇ ਪਾਪਾ ਨੇ ਹੱਥ ਜੋੜਦੇ ਹੋਏ ਕਿਹਾ, ਬੇਟੇ ਇੱਕ ਵਾਰ ਹੋਰ ਮੰਨ ਲੈ, ਬਹੁਤ ਹੀ ਚੰਗਾ ਮੁੰਡਾ ਹੈ। ਮੈਂ ਤਾਂ ਚਾਹੁੰਦਾ ਕਿ ਤੇਰਾ ਘਰ ਵਸ ਜੇ। ਮੈਂ ਸਾਫ਼ ਮਨਾ ਕਰ ਦਿੱਤਾ ਤੇ ਕਿਹਾ, ਮੈਂ ਤੁਹਾਡੀ ਕੋਈ ਗੱਲ ਨਹੀਂ ਮੰਨਾਂਗੀ। ਪਾਪਾ ਨੇ ਕਿਹਾ, ਠੀਕ ਹੈ, ਜੇਕਰ ਮੇਰੀ ਬੇਟੀ ਦਾ ਘਰ ਨਹੀਂ ਵਸਦਾ ਤਾਂ ਮੈਂ ਵੀ ਆਪਣਾ ਘਰ ਨਹੀਂ ਵਸਾਵਾਂਗਾ। ਮੈਂ ਤੇਰੀ ਮਾਂ ਨੂੰ ਤਲਾਕ ਦੇ ਕੇ ਆਪਣੇ ਆਪ ਨੂੰ ਸਜ਼ਾ ਦੇਵਾਂਗਾ। ਮੈਂ ਹੈਰਾਨੀ ਨਾਲ ਪਾਪਾ ਵੱਲ ਦੇਖਣ ਲੱਗੀ ਕਿ ਪਾਪਾ ਸੱਚਮੁੱਚ ਹੀ ਮੈਨੂੰ ਇੰਨਾ ਪਿਆਰ ਕਰਦੇ ਹਨ ਜਾਂ ਸਿਰਫ ਮੈਨੂੰ ਬਲੈਕਮੇਲ ਕਰ ਰਹੇ ਹਨ। ਮੈਂ ਮਜਬੂਰੀ ਵਿੱਚ ਹਾਂ ਕਰ ਦਿੱਤੀ। ਮੇਰੀ ਹਾਂ ਕਰਨ ਦੀ ਦੇਰ ਹੀ ਸੀ ਕਿ ਝਟਪਟ ਮੇਰਾ ਵਿਆਹ ਹੋ ਗਿਆ। ਵਿਆਹ ਤੋਂ ਪਹਿਲਾਂ ਮੈਂ ਮੁੰਡੇ ਦੀ ਸਿਰਫ ਫੋਟੋ ਹੀ ਦੇਖੀ ਸੀ। ਪਾਪਾ ਨੇ ਕਿਹਾ ਕਿ ਤੂੰ ਉਸ ਨੂੰ ਮਿਲ ਸਕਦੀ ਹੈ, ਪਰ ਮੈਂ ਮਨਾ ਕਰ ਦਿੱਤਾ ਸੀ ਕਿਉਂਕਿ ਮੈਨੂੰ ਪਤਾ ਹੀ ਸੀ ਇਸ ਗੱਲ ਨੇ ਕਿ ਤਲਾਕ 'ਤੇ ਆ ਕੇ ਖ਼ਤਮ ਹੋ ਜਾਣਾ। ਮੇਰਾ ਵਿਆਹ ਹੋ ਚੁੱਕਿਆ ਸੀ। ਮੈਂ ਸੁਹਾਗ ਦੀ ਸੇਜ 'ਤੇ ਬੈਠੀ ਆਪਣੇ ਚੌਥੇ ਪਤੀ ਦਾ ਇੰਤਜ਼ਾਰ ਕਰ ਰਹੀ ਸੀ ਕਿ ਉਹ ਕਦੋਂ ਆਵੇ ਅਤੇ ਕਦੋਂ ਮੈਨੂੰ ਤਲਾਕ ਦੇਵੇ। ਮੇਰਾ ਪਤੀ ਦਵਿੰਦਰ ਆਇਆ ਅਤੇ ਮੈਨੂੰ ਕਹਿਣ ਲੱਗਿਆ, ਰੀਤ, ਮੈਂ ਤੈਨੂੰ ਇਹ ਨਹੀਂ ਪੁੱਛਾਂਗਾ ਕਿ ਤੇਰੇ 3 ਤਲਾਕ ਕਿਉਂ ਹੋਏ ਸਨ। ਮੈਂ ਤਾਂ ਤੈਨੂੰ ਦਿਲੋਂ ਜਾਨ ਤੋਂ ਕਬੂਲ ਕਰ ਲਿਆ। ਮੈਂ ਆਪਣੇ ਪਤੀ ਦੀ ਗੱਲ ਸੁਣ ਮੁਸਕਰਾ ਕੇ ਬੋਲੀ, ਤੂੰ ਚਿੰਤਾ ਨਾ ਕਰ, ਹਾਲੇ ਥੋੜ੍ਹੀ ਦੇਰ ਵਿੱਚ ਹੀ ਤੈਨੂੰ ਪਤਾ ਚੱਲ ਜਾਏਗਾ ਕਿ ਮੇਰੇ 3 ਵਾਰ ਤਲਾਕ ਕਿਉਂ ਹੋ ਚੁੱਕੇ ਹਨ। ਕਿ ਉਸੇ ਵੇਲੇ ਕਿਸੇ ਨੇ ਸਾਡੇ ਕਮਰੇ ਦਾ ਦਰਵਾਜ਼ਾ ਖੜਕਾਇਆ। ਦਰਵਿੰਦਰ ਨੇ ਉੱਠ ਕੇ ਦਰਵਾਜ਼ਾ ਖੋਲ੍ਹਿਆ। ਮੈਂ ਆਪਣੇ ਧੜਕਦੇ ਹੋਏ ਦਿਲ ਨਾਲ ਆਉਣ ਵਾਲੇ ਸਮੇਂ ਲਈ ਆਪਣੇ ਆਪ ਨੂੰ ਤਿਆਰ ਕਰ ਰਹੀ ਸੀ। ਥੋੜ੍ਹੀ ਦੇਰ ਵਿੱਚ ਹੀ ਦਰਵਿੰਦਰ ਅੰਦਰ ਆਇਆ ਅਤੇ ਕਹਿਣ ਲੱਗਿਆ, ਰੀਤ, ਤੇਰੇ ਪਾਪਾ ਨੇ ਇੱਕ ਆਦਮੀ ਨੂੰ ਭੇਜਿਆ। ਉਹ ਕਹਿੰਦੇ ਹਨ ਕਿ ਮੈਂ ਤੈਨੂੰ ਤਲਾਕ ਦੇ ਦੇਵਾਂ ਅਤੇ ਉਹ ਮੈਨੂੰ 25 ਲੱਖ ਰੁਪਏ ਦੇਣਗੇ, ਪਰ ਮੈਂ ਆਪਣੀ ਪਤਨੀ ਨੂੰ, ਜੋ ਕਿ ਹੁਣ ਮੇਰੇ ਘਰ ਦੀ ਇੱਜ਼ਤ ਹੈ, ਸਿਰਫ ਪੈਸਿਆਂ ਦੇ ਲਾਲਚ ਵਿੱਚ ਆ ਕੇ ਤਲਾਕ ਨਹੀਂ ਦੇ ਸਕਦਾ। ਇਹ ਗੱਲ ਮੇਰੀ ਗੈਰਤ ਦੇ ਖਿਲਾਫ ਹੈ। ਮੈਂ ਹੈਰਾਨੀ ਨਾਲ ਆਪਣੇ ਪਤੀ ਦਾ ਚਿਹਰਾ ਦੇਖਣ ਲੱਗੀ ਕਿ ਆਦਮੀ ਅਜਿਹੇ ਵੀ ਹੁੰਦੇ ਹਨ ਜੋ ਆਪਣੀ ਗੱਲ 'ਤੇ ਡਟੇ ਰਹਿਣ, ਇੱਜ਼ਤ ਲਈ ਪੈਸਿਆਂ ਨੂੰ ਅਹਿਮੀਅਤ ਨਾ ਦੇਣ, ਪੈਸਿਆਂ ਦਾ ਲਾਲਚ ਉਹਨਾਂ ਨੂੰ ਨਾ ਤੋੜ ਸਕੇ। ਮੈਂ ਦਵਿੰਦਰ ਨੂੰ ਅਜ਼ਮਾਉਣ ਲਈ ਕਿਹਾ, ਤੁਸੀਂ ਹੱਥ ਆਏ ਪੈਸਿਆਂ ਨੂੰ ਕਿਉਂ ਛੱਡਣਾ ਚਾਹੁੰਦੇ ਹੋ? ਮੇਰੇ ਪਹਿਲਾਂ 3 ਤਲਾਕ ਵੀ ਇਹਨਾਂ 25 ਲੱਖ ਕਰਕੇ ਹੀ ਹੋਏ ਹਨ। ਮੇਰੀ ਗੱਲ ਸੁਣ ਕੇ ਦਵਿੰਦਰ ਬੋਲਿਆ, ਮੈਂ ਪੈਸਿਆਂ ਦੀ ਖਾਤਰ ਆਪਣੀ ਇੱਜ਼ਤ ਨੂੰ ਨਹੀਂ ਛੱਡ ਸਕਦਾ। ਇੱਜ਼ਤ ਹੈ ਤਾਂ ਸਭ ਕੁਝ ਹੈ, ਪੈਸਾ ਤਾਂ ਹੱਥ ਦੀ ਮੈਲ ਹੈ। ਦਵਿੰਦਰ ਦੀ ਗੱਲ ਸੁਣ ਕੇ ਮੇਰਾ ਦਿਲ ਗਦਗਦ ਹੋ ਗਿਆ। ਮੈਂ ਉਸ ਨੂੰ ਕਿਹਾ, ਮੈਨੂੰ ਨਹੀਂ ਪਤਾ ਮੇਰੇ ਪਾਪਾ ਮੇਰੇ ਤਲਾਕ ਕਿਉਂ ਕਰਵਾਉਂਦੇ ਸਨ, ਅਤੇ ਉਹ ਵੀ ਹਰ ਵਾਰ 25 ਲੱਖ ਰੁਪਏ ਦੇ ਕੇ, ਪਰ ਮੈਂ ਸੱਚਾਈ ਜਾਣਨਾ ਚਾਹੁੰਦੀ ਹਾਂ। ਇਸ ਲਈ ਤੁਸੀਂ ਮੈਨੂੰ ਆਪਣੇ ਨਾਲ ਮੇਰੇ ਘਰ ਲੈ ਕੇ ਚੱਲੋ ਅਤੇ ਮੇਰੇ ਪਾਪਾ ਨੂੰ ਕਹੋ ਕਿ ਤੁਸੀਂ ਮੈਨੂੰ ਤਲਾਕ ਦੇ ਦਿੱਤਾ। ਦਵਿੰਦਰ ਨੇ ਮੇਰੀ ਗੱਲ ਮੰਨ ਲਈ ਅਤੇ ਮੈਨੂੰ ਲੈ ਕੇ ਮੇਰੇ ਮਾਂ-ਬਾਪ ਦੇ ਘਰ ਆ ਗਏ। ਜਦੋਂ ਆਉਣ ਤੋਂ ਬਾਅਦ ਸਭ ਕੁਝ ਪਹਿਲਾਂ ਦੀ ਤਰ੍ਹਾਂ ਹੀ ਹੋ ਰਿਹਾ ਸੀ।
ਪਾਪਾ ਦਵਿੰਦਰ ਨਾਲ ਗੱਲਾਂ ਕਰ ਰਹੇ ਸਨ। ਮੈਂ ਰੋ ਰਹੀ ਸੀ। ਮੇਰੀ ਮਾਂ ਮੇਰੇ ਲਈ ਹਲਦੀ ਵਾਲਾ ਦੁੱਧ ਲੈ ਕੇ ਆਈ। ਮੈਂ ਚੋਰੀ ਛੁਪੇ ਦੁੱਧ ਨਾਲ ਰੱਖੇ ਗਮਲੇ ਵਿੱਚ ਸੁੱਟ ਦਿੱਤਾ ਅਤੇ ਸੌਣ ਦਾ ਨਾਟਕ ਕਰਨ ਲੱਗੀ। ਹਾਲੇ ਮੈਨੂੰ ਸੌਣ ਦਾ ਨਾਟਕ ਕਰਦੇ 10 ਮਿੰਟ ਹੀ ਹੋਏ ਸਨ ਕਿ ਮੇਰੇ ਘਰ ਵਿੱਚ ਬਹੁਤ ਸਾਰੇ ਲੋਕ ਆਉਣ ਲੱਗੇ। ਸਭ ਤੋਂ ਪਹਿਲਾਂ ਇੱਕ ਨਰਸ ਆਈ। ਉਸਨੇ ਮੇਰਾ ਚੈੱਕਅਪ ਕੀਤਾ ਅਤੇ ਬੋਲੀ, ਇਸ ਨੂੰ ਫਿਰ ਤੋਂ ਪਾਗਲਪਨ ਦਾ ਦੌਰਾ ਪਿਆ। ਇਹ ਕੁੜੀ ਕਿਸੇ ਦੀ ਵੀ ਮੁੰਡੇ ਨੂੰ ਆਪਣੇ ਨੇੜੇ ਬਰਦਾਸ਼ਤ ਨਹੀਂ ਕਰ ਸਕਦੀ, ਇਸ ਲਈ ਇਸ ਨੂੰ ਅਜਿਹੇ ਦੌਰੇ ਪੈਂਦੇ ਹਨ। ਤੁਸੀਂ ਇਸ ਦਾ ਵਿਆਹ ਕਰਵਾਉਂਦੇ ਹੀ ਕਿਉਂ ਹੋ? ਕਿਸੇ ਦਿਨ ਇਹ ਆਪਣੇ ਆਪ ਨੂੰ ਨੁਕਸਾਨ ਪਹੁੰਚਾ ਲਏਗੀ। ਲੱਗਦਾ ਹੈ ਤਾਂ ਹੀ ਮੈਨੂੰ ਤੁਹਾਨੂੰ ਆਰਾਮ ਮਿਲੇਗਾ। ਥੋੜ੍ਹੀ ਦੇਰ ਬਾਅਦ ਇੱਕ ਵਕੀਲ ਆਇਆ। ਵਕੀਲ ਦੇ ਸਾਹਮਣੇ ਮੇਰੇ ਪਾਪਾ ਨੇ ਨਰਸ ਦੀਆਂ ਕਈਆਂ ਗੱਲਾਂ ਦੁਹਰਾਈਆਂ। ਨਰਸ ਨੇ ਵੀ ਉਹ ਸਾਰੀਆਂ ਗੱਲਾਂ ਵਕੀਲ ਨੂੰ ਦੱਸੀਆਂ। ਫਿਰ ਵਕੀਲ ਦੇ ਸਾਹਮਣੇ ਦਵਿੰਦਰ ਨੂੰ ਲਿਆਂਦਾ ਗਿਆ। ਦਵਿੰਦਰ ਨੇ ਕਿਹਾ, ਵਕੀਲ ਸਾਹਿਬ, ਜਿਵੇਂ ਹੀ ਮੈਂ ਕਮਰੇ ਵਿੱਚ ਆਇਆ ਤਾਂ ਮੇਰੀ ਪਤਨੀ ਨੇ ਮੇਰੇ ਉੱਪਰ ਹਮਲਾ ਕਰਨਾ ਸ਼ੁਰੂ ਕਰ ਦਿੱਤਾ। ਉਹ ਜ਼ੋਰ-ਜ਼ੋਰ ਨਾਲ ਚੀਕਾਂ ਮਾਰਨ ਲੱਗੀ ਅਤੇ ਕਹਿਣ ਲੱਗੀ, ਮੈਨੂੰ ਤਲਾਕ ਦਿਓ, ਨਹੀਂ ਤਾਂ ਮੈਂ ਆਪਣੇ ਆਪ ਨੂੰ ਜਾਂ ਤੁਹਾਨੂੰ ਜਾਨ ਤੋਂ ਮਾਰ ਦੇਵਾਂਗੀ। ਇਹਨਾਂ ਕਹਿਣ ਦੇ ਬਾਅਦ ਦਵਿੰਦਰ ਨੇ ਲੰਮਾ ਸਾਹ ਲਿਆ। ਫਿਰ ਬੋਲਿਆ, ਇਹ ਸਭ ਕੁਝ ਕਹਿਣ ਲਈ ਮੇਰੇ ਸਹੁਰੇ ਨੇ ਮੈਨੂੰ ਕਿਹਾ ਮੇਰੀ ਪਤਨੀ ਬਿਲਕੁਲ ਠੀਕ ਹੈ ਅਤੇ ਉਸ ਨੂੰ ਤਲਾਕ ਨਹੀਂ ਦੇਣਾ ਚਾਹੁੰਦਾ। ਇਹ ਸਭ ਲਈ ਇਸ ਦੀ ਸਾਜ਼ਿਸ਼ ਹੈ। ਦਵਿੰਦਰ ਦੀ ਗੱਲ ਸੁਣ ਕੇ ਮੈਂ ਇੱਕਦਮ ਉੱਠ ਕੇ ਬੈਠ ਗਈ ਅਤੇ ਮੈਂ ਉਸ ਵਕੀਲ ਨੂੰ ਕਿਹਾ, ਹਾਂ ਵਕੀਲ ਸਾਹਿਬ, ਇਹ ਸਭ ਗਲਤ ਕਹਿ ਰਹੇ ਹਨ। ਮੈਂ ਬਿਲਕੁਲ ਠੀਕ ਹਾਂ। ਪਹਿਲਾਂ ਵੀ ਮੇਰੇ 3 ਤਲਾਕ ਮੇਰੇ ਪਾਪਾ ਕਰਕੇ ਹੋ ਚੁੱਕੇ ਹਨ। ਇਹ ਲੋਕ ਮੇਰੇ ਖਿਲਾਫ ਕੋਈ ਸਾਜ਼ਿਸ਼ ਕਰ ਰਹੇ ਹਨ। ਮੇਰੀ ਗੱਲ ਸੁਣ ਕੇ ਵਕੀਲ ਸਾਹਿਬ ਬੋਲੇ, ਮੈਂ ਸਮਝ ਸਕਦਾ ਕਿ ਸਾਜ਼ਿਸ਼ ਹੋ ਸਕਦੀ ਹੈ, ਕਿਉਂਕਿ ਤੁਹਾਡੇ ਸੱਕੇ ਬਾਪ ਨੇ ਮਰਨ ਤੋਂ ਪਹਿਲਾਂ ਆਪਣੀ ਸਾਰੀ ਜਾਇਦਾਦ ਤੁਹਾਡੇ ਨਾਂ ਕਰ ਦਿੱਤੀ ਸੀ। ਪਰ ਉਹਨਾਂ ਮੁਤਾਬਕ ਜਦੋਂ ਤੱਕ ਤੁਹਾਡਾ ਘਰ ਨਹੀਂ ਵਸ ਜਾਂਦਾ, ਉਦੋਂ ਤੱਕ ਇਹ ਜਾਇਦਾਦ ਤੁਹਾਡੇ ਨਾਮ 'ਤੇ ਨਹੀਂ ਆ ਸਕਦੀ। ਸ਼ਾਇਦ ਇਸ ਲਈ ਤੁਹਾਡੇ ਸਤੇਲੇ ਬਾਪ ਨੇ ਤੁਹਾਡੇ ਨਾਲ ਇਹ ਖੇਡ ਖੇਡੀ ਹੈ। ਤੁਹਾਡੇ ਹਰ ਤਲਾਕ ਵੇਲੇ ਤੁਹਾਡਾ ਬਾਪ ਮੈਨੂੰ ਘਰ ਬੁਲਾਉਂਦਾ ਸੀ ਅਤੇ ਕਹਿੰਦਾ, ਮੇਰੀ ਬੇਟੀ ਦਿਮਾਗੀ ਤੌਰ 'ਤੇ ਬਿਮਾਰ ਹੈ, ਪਰ ਉਹ ਘਰ ਵਸਾਉਣ 'ਤੇ ਕਾਬਲ ਨਹੀਂ ਹੈ। ਤੇਰਾ ਪਤੀ ਵੀ ਇਹੀ ਬਿਆਨ ਦਿੰਦਾ ਸੀ। ਮੈਂ ਇਹ ਗੱਲਾਂ ਸੁਣ ਕੇ ਸੁੰਨ ਰਹਿ ਗਈ। ਜਿਸ ਬਾਪ ਨੇ ਮੈਂ ਸਾਰੀ ਜ਼ਿੰਦਗੀ ਸੱਕੇ ਬਾਪ ਦੀ ਤਰ੍ਹਾਂ ਪਿਆਰ ਕੀਤਾ, ਉਹ ਤਾਂ ਮੇਰਾ ਬਾਪ ਹੈ ਹੀ ਨਹੀਂ ਸੀ, ਬਲਕਿ ਉਹ ਤਾਂ ਮੈਨੂੰ ਦਿਮਾਗੀ ਮਰੀਜ਼ ਬਣਾਉਣ 'ਤੇ ਤੁਲਿਆ ਆਇਆ ਸੀ। ਮੈਂ ਰੋਂਦੇ ਆਪਣੇ ਮੰਮੀ ਨੂੰ ਕਿਹਾ, ਮੰਮੀ, ਇਹ ਤਾਂ ਮੇਰਾ ਸੱਕਾ ਬਾਪ ਨਹੀਂ ਸੀ, ਪਰ ਤੁਸੀਂ ਤਾਂ ਮੇਰੇ ਸੱਕੇ ਸੀ। ਫਿਰ ਤੁਸੀਂ ਮੇਰੇ ਨਾਲ ਅਜਿਹਾ ਕਿਉਂ ਕੀਤਾ? ਤੁਸੀਂ ਪਾਪਾ ਨੂੰ ਇਹ ਗਲਤ ਕੰਮ ਕਰਨ ਤੋਂ ਕਿਉਂ ਨਹੀਂ ਰੋਕਿਆ? ਮੇਰੀ ਮੰਮੀ ਤਾਂ ਚੁੱਪ ਹੀ ਰਹੀ। ਪਰ ਵਕੀਲ ਸਾਹਿਬ ਬੋਲੇ, ਮੈਂ ਦੱਸਦਾ ਬੇਟੀ, ਤੇਰੀ ਮਾਂ ਨੇ ਤੇ ਤੇਰੇ ਸੱਕੇ ਬਾਪ ਦੇ ਹੁੰਦੇ ਹੀ ਹੋਏ ਵੀ ਇਸ ਇਨਸਾਨ ਨੂੰ ਪਿਆਰ ਕੀਤਾ ਅਤੇ ਘਰ ਤੋਂ ਭੱਜ ਕੇ ਵਿਆਹ ਕਰਵਾ ਲਿਆ। ਇਸ ਸਦਮੇ ਵਿੱਚ ਤੇਰਾ ਬਾਪ ਮਰ ਗਿਆ ਅਤੇ ਵਸੀਅਤ ਤੇਰੇ ਨਾਂ ਕਰ ਗਿਆ। ਤੇਰੀ ਮਾਂ ਦੀਆਂ ਅੱਖਾਂ 'ਤੇ ਸ਼ਾਇਦ ਹਾਲੇ ਵੀ ਇਸ ਇਨਸਾਨ ਦੇ ਪਿਆਰ ਦੀ ਪੱਟੀ ਬੰਨ੍ਹੀ ਹੋਈ ਹੈ, ਇਸ ਲਈ ਉਹ ਅਜਿਹਾ ਕਰ ਰਹੀ ਹੈ। ਮੈਂ ਫੁੱਟ-ਫੁੱਟ ਕੇ ਰੋ ਰਹੀ ਸੀ। ਦਵਿੰਦਰ ਨੇ ਮੈਨੂੰ ਗੱਲ ਨਾਲ ਲਾ ਲਿਆ। ਅੱਜ ਮੈਂ ਆਪਣੇ ਆਪ ਨੂੰ ਬਹੁਤ ਇਕੱਲਾ ਮਹਿਸੂਸ ਕਰ ਰਹੀ ਸੀ। ਮੇਰਾ ਬਾਪ ਮਰ ਚੁੱਕਿਆ ਸੀ, ਪਰ ਮੇਰੀ ਮਾਂ ਵੀ ਮੇਰੇ ਲਈ ਮਰ ਚੁੱਕੀ ਸੀ। ਮੈਂ ਆਪਣੇ ਬਾਪ ਉੱਪਰ ਧੋਖਾਧੜੀ ਦਾ ਕੇਸ ਦਰਜ ਕਰਵਾ ਦਿੱਤਾ। ਸਾਰੀ ਜਾਇਦਾਦ ਮੇਰੇ ਨਾਮ ਆ ਚੁੱਕੀ ਸੀ। ਮੈਂ ਅਤੇ ਦਵਿੰਦਰ ਹੀ ਸਾਰਾ ਬਿਜ਼ਨਸ ਦੇਖ ਰਹੇ ਸੀ। ਦਵਿੰਦਰ ਬਹੁਤ ਚੰਗਾ ਸੀ। ਉਹ ਮੇਰਾ ਬਹੁਤ ਖਿਆਲ ਰੱਖਦਾ ਸੀ। ਸ਼ਾਇਦ ਇਸ ਲਈ ਮੈਂ ਆਪਣੇ ਦੁੱਖਾਂ ਵਿੱਚੋਂ ਜਲਦੀ ਉੱਭਰ ਆਈ। ਜਦੋਂ ਤੱਕ ਮੇਰੇ ਮਾਂ-ਬਾਪ ਨੂੰ ਸਖਤ ਤੋਂ ਸਖਤ ਸਜ਼ਾ ਨਹੀਂ ਮਿਲ ਜਾਂਦੀ, ਮੈਂ ਆਰਾਮ ਨਾਲ ਨਹੀਂ ਬੈਠ ਸਕਦੀ ਸੀ। ਜਿਨ੍ਹਾਂ ਲੋਕਾਂ ਨੂੰ ਮੇਰੇ ਉੱਪਰ ਤਰਸ ਨਹੀਂ ਆਇਆ ਮੇਰੀ ਜ਼ਿੰਦਗੀ ਬਰਬਾਦ ਕਰਨੀ ਚਾਹੀ, ਮੇਰਾ ਉਹਨਾਂ ਉੱਪਰ ਤਰਸ ਕਿਵੇਂ ਆ ਸਕਦਾ ਸੀ? ਪਰ ਸੱਚ ਕਹਿੰਦੇ ਹਨ ਕਿ ਪੈਸਾ ਜੋ ਹੈ ਉਹ ਬਹੁਤ ਵੱਡੀ ਅਜ਼ਮਾਇਸ਼ ਹੁੰਦੀ ਹੈ। ਇਹ ਆਪਣੇ ਸੱਕੇ ਖੂਨ ਨੂੰ ਵੀ ਸਫੈਦ ਕਰ ਦਿੰਦੀ ਹੈ। ਤਾਂ ਦੋਸਤੋ, ਜੇਕਰ ਅੱਜ ਦੀ ਕਹਾਣੀ ਪਸੰਦ ਆਈ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰ ਦਿਓ। ਜੇਕਰ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤਾਂ ਚੈਨਲ ਨੂੰ ਵੀ ਸਬਸਕ੍ਰਾਈਬ ਕਰ ਦਿਓ। ਆਪਣਾ ਕੀਮਤੀ ਸਮਾਂ ਦੇਣ ਲਈ ਬਹੁਤ ਬਹੁਤ ਧੰਨਵਾਦ।